ਉਹ ਲੋਕ ਮੇਰੇ ਕਮਰੇ ਵਿੱਚ ਆਏ। ਮੈਂ ਉਹਨਾਂ ਨੂੰ ਜਾਣਦੀ ਨਹੀਂ ਸੀ। ਜਿਸ ਤਰ੍ਹਾਂ ਅਚਾਨਕ ਉਹ ਮੇਰੇ ਕਮਰੇ ਵਿੱਚ ਆਏ ਸੀ, ਇਸ ਤੋਂ ਸਾਫ਼ ਪਤਾ ਲੱਗਦਾ ਸੀ ਕਿ ਸਾਨੂੰ ਕਿਸੇ ਗੱਲ ਦਾ ਕੋਈ ਡਰ ਨਹੀਂ, ਪਰ ਹੁਣ ਮੈਨੂੰ ਡਰ ਲੱਗ ਰਿਹਾ ਸੀ। ਫਿਰ ਮੈਨੂੰ ਯਾਦ ਆਇਆ ਕਿ ਮੈਂ ਇੱਥੇ ਕਿਉਂ ਆ। ਮੈਂ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਕਰਨ ਵਾਲੀ ਸੀ, ਪਰ ਹੁਣ ਇਹ ਗਲਤੀ ਨਹੀਂ ਲੱਗਦੀ ਸੀ। ਇੱਕ ਬਹੁਤ ਵੱਡਾ ਸੌਦਾ ਲੱਗ ਰਿਹਾ ਸੀ। ਮੈਂ ਇਸ ਦੇ ਲਈ ਹਾਂ ਕਰ ਦਿੱਤੀ। ਮੈਨੂੰ ਪਤਾ ਸੀ ਕਿ ਇਸ ਤੋਂ ਬਾਅਦ ਮੇਰੀ ਜ਼ਿੰਦਗੀ ਥੋੜ੍ਹੀ ਮੁਸ਼ਕਲ ਹੋਵੇਗੀ, ਪਰ ਮੈਨੂੰ ਇਹ ਨਹੀਂ ਪਤਾ ਸੀ ਕਿ ਇੰਨੀ ਜ਼ਿਆਦਾ ਮੁਸ਼ਕਲ ਹੋ ਜਾਵੇਗੀ, ਕਿਉਂਕਿ ਉਹ ਆਦਮੀ ਮੈਨੂੰ ਪਸੰਦ ਕਰਦਾ ਸੀ। ਮੈਂ ਉਸ ਨਾਲ ਵਿਆਹ ਕਰਵਾਉਣ ਦੇ ਲਈ ਹਾਂ ਕਰ ਦਿੱਤੀ, ਪਰ ਉਹ ਆਦਮੀ ਕੌਣ ਸੀ, ਕੀ ਕਰਦਾ ਸੀ, ਇਹ ਸਭ ਕੁਝ ਜਾਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਪਰ ਹੁਣ ਬਹੁਤ ਦੇਰ ਹੋ ਚੁੱਕੀ ਸੀ। ਜਦੋਂ ਮੈਂ ਉੱਪਰ ਵੱਲ ਦੇਖਿਆ ਤਾਂ ਮੇਰੇ ਸਿਰ 'ਤੇ ਰੱਬ ਵੀ ਨਹੀਂ ਸੀ। ਮੈਂ ਬਿਲਕੁਲ ਇਕੱਲੀ ਸੀ। ਮੇਰੇ ਨਾਲ ਵੱਡੇ ਵੱਡੇ 7। ਮੇਰਾ ਨਾਮ ਸੁਨੀਤਾ ਹੈ। ਮੈਂ ਬਹੁਤ ਹੀ ਸੋਹਣੀ ਸੀ, ਪਰ ਮੇਰੀ ਕਿਸਮਤ ਮੇਰੀ ਤਰ੍ਹਾਂ ਸੋਹਣੀ ਨਹੀਂ ਸੀ। ਮੇਰੀ ਮਾਂ ਬਹੁਤ ਜ਼ਿਆਦਾ ਬਿਮਾਰ ਰਹਿੰਦੀ ਸੀ ਅਤੇ ਮੇਰੇ ਪਾਪਾ ਉਸ ਵਕਤ ਸਾਨੂੰ ਛੱਡ ਕੇ ਚਲੇ ਗਏ ਸੀ ਜਦੋਂ ਮੈਂ ਆਪਣੀ ਬੇਟੀ ਦੇ ਪੇਟ ਵਿੱਚ ਸੀ। ਮੇਰੇ ਪਾਪਾ ਦੀ ਮੌਤ ਨਹੀਂ ਹੋਈ ਸੀ, ਬਲਕਿ ਉਹਨਾਂ ਨੇ ਸਾਡੀ ਜ਼ਿੰਦਗੀ ਤੋਂ ਮੁਕਤ ਹੋ ਕੇ ਕਿਸੇ ਵੱਡੀ ਉਮਰ ਦੀ ਔਰਤ ਨਾਲ ਵਿਆਹ ਕਰਵਾ ਲਿਆ ਸੀ। ਮੇਰੀ ਮਾਂ ਬਹੁਤ ਸੋਹਣੀ ਸੀ, ਪਰ ਮੇਰੀ ਮਾਂ ਦੀ ਖੂਬਸੂਰਤੀ ਕੰਮ ਨਹੀਂ ਆਈ। ਸਾਚੀ ਕਹਿੰਦੇ ਆ ਕਿ ਔਰਤ ਦੀ ਖੂਬਸੂਰਤੀ ਉਸ ਦਾ ਟੈਲੈਂਟ ਉਸ ਦੇ ਕੰਮ ਨਹੀਂ ਆਉਂਦਾ, ਪਰ ਉਸ ਦੀ ਕਿਸਮਤ ਵਿੱਚ ਜੋ ਕੁਝ ਬੁਰਾ ਲਿਖਿਆ ਉਹ ਹੋ ਕੇ ਹੀ ਰਹਿੰਦਾ। ਕਦੇ ਕਦੇ ਮੇਰੀ ਮਾਂ ਇੰਨਾ ਜ਼ਿਆਦਾ ਪਰੇਸ਼ਾਨ ਹੋ ਜਾਂਦੀ ਸੀ ਕਿ ਉਹ ਮੈਨੂੰ ਉਲਟੀਆਂ ਸਿੱਧੀਆਂ ਗੱਲਾਂ ਕਰਨ ਲੱਗ ਜਾਂਦੀ ਸੀ। ਕਹਿਣ ਲੱਗਦੀ ਸੀ ਕਿ ਸ਼ਕਲ ਤਾਂ ਤੈਨੂੰ ਰੱਬ ਨੇ ਚੰਗੀ ਦਿੱਤੀ ਆ, ਇਸ ਸ਼ਕਲ ਦਾ ਇਸਤੇਮਾਲ ਕਿਉਂ ਨਹੀਂ ਕਰਦੀ। ਮੈਂ ਕਿਹਾ ਕੀ ਕਰਾਂ ਮਾਂ ਕਹਿਣ ਲੱਗਦੀ ਤੂੰ ਧੰਦਾ ਕਰ। ਇਹ ਸੁਣ ਕੇ ਮੈਂ ਹੈਰਾਨ ਰਹਿ ਜਾਂਦੀ। ਮੈਨੂੰ ਪਤਾ ਸੀ ਕਿ ਮਾਂ ਇਹ ਸਭ ਗੱਲਾਂ ਪਰੇਸ਼ਾਨੀ ਵਿੱਚ ਕਹਿ ਰਹੀ ਆ। ਜੇ ਅਜਿਹਾ ਕੰਮ ਕਰਨਾ ਹੁੰਦਾ ਤਾਂ ਮਾਂ ਖੁਦ ਵੀ ਇਹ ਕੰਮ ਕਰਦੀ ਅਤੇ ਮੈਨੂੰ ਵੀ ਪਹਿਲਾਂ ਤੋਂ ਹੀ ਇਸ ਕੰਮ ਵਿੱਚ ਲਗਾ ਦਿੰਦੀ। ਇੱਕ ਔਰਤ ਲਈ ਇਸ ਤਰੀਕੇ ਨਾਲ ਪੈਸਾ ਕਮਾਉਣਾ ਬਹੁਤ ਆਸਾਨ ਹੁੰਦਾ, ਉਹ ਵੀ ਅਜਿਹੀ ਔਰਤ ਲਈ ਜੋ ਬਹੁਤ ਸੋਹਣੀ ਹੋਵੇ ਅਤੇ ਉਸ ਦੀ ਜ਼ਿੰਦਗੀ 'ਚ ਕੋਈ ਮਰਦ ਨਾ ਹੋਵੇ, ਜਾਣੀ ਕਿ ਉਸ ਦੇ ਹੁਕਮ ਚਲਾਉਣ ਵਾਲਾ ਕੋਈ ਨਾ ਹੋਵੇ। ਮੈਂ ਛੋਟੀਆਂ ਨੌਕਰੀਆਂ ਲਈ ਜਲੀਲ ਹੁੰਦੀ ਰਹਿੰਦੀ। ਬਹੁਤ ਸਾਰੇ ਅਜਿਹੇ ਕੰਮ ਕੀਤੇ ਜਿੱਥੇ ਮੈਨੂੰ ਕੰਮ ਬਹੁਤ ਜ਼ਿਆਦਾ ਹੁੰਦਾ ਸੀ, ਪਰ ਪੈਸੇ ਬਹੁਤ ਘੱਟ ਮਿਲਦੇ ਸੀ। ਮੈਂ ਆਪਣੀ ਜ਼ਿੰਦਗੀ ਨੂੰ ਸਿੱਧੇ ਕਰਨ ਦੀ ਕੋਸ਼ਿਸ਼ ਕੀਤੀ, ਪਰ ਸਾਡੀ ਗਰੀਬੀ ਦੀ ਜ਼ਿੰਦਗੀ ਕਦੇ ਸਿੱਧੀ ਨਾ ਹੁੰਦੀ। ਮੇਰੀ ਮਾਂ ਨਾਲ ਵੀ ਅਜਿਹਾ ਹੀ ਹੁੰਦਾ ਸੀ। ਮੇਰੀ ਮਾਂ ਜ਼ਿਆਦਾ ਪੜ੍ਹੀ ਲਿਖੀ ਨਹੀਂ ਸੀ। ਉਹ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਸੀ ਅਤੇ ਮੈਂ ਇੱਕ ਫੈਕਟਰੀ 'ਚ ਕੰਮ ਕਰਦੀ ਸੀ। ਫੈਕਟਰੀ ਵਿੱਚ ਪਤਾ ਨਹੀਂ ਮੈਨੂੰ ਕਿੰਨੇ ਕੁ ਡੱਬੇ ਪੈਕ ਕਰਨੇ ਪੈਂਦੇ ਸੀ ਅਤੇ ਸ਼ਾਮ ਨੂੰ ਸਿਰਫ ਮੈਨੂੰ 400 ਰੁਪਈਆ ਮਿਲਦਾ ਸੀ। ਮੇਰੇ ਪੈਰ ਸੁੱਜ ਜਾਂਦੇ ਸੀ, ਹੱਥਾਂ ਵਿੱਚ ਵੀ ਦਰਦ ਹੋਣ ਲੱਗ ਜਾਂਦਾ। ਉਸ ਫੈਕਟਰੀ ਵਿੱਚ ਅਜੀਬ ਜਿਹੀ ਬਦਬੂ ਆਉਂਦੀ, ਜਿਸ ਨਾਲ ਮੇਰਾ ਸਿਰ ਦਰਦ ਕਰਨ ਲੱਗ ਜਾਂਦਾ ਸੀ। ਜਦੋਂ ਮੈਂ ਘਰ ਆਉਂਦੀ ਤਾਂ ਇਸ ਤਰ੍ਹਾਂ ਲੱਗਦਾ ਪਤਾ ਨਹੀਂ ਮੈਂ ਕਿੰਨੀ ਕੁ ਮਿਹਨਤ ਕਰਕੇ ਆਈ ਹਾਂ, ਪਰ ਮੇਰੇ ਹੱਥ ਵਿੱਚ ਸਿਰਫ 400 ਰੁਪਈਆ ਹੁੰਦਾ ਅਤੇ 400 ਰੁਪਈਏ ਵਿੱਚ ਗੁਜ਼ਾਰਾ ਨਹੀਂ ਹੁੰਦਾ। ਮੇਰੀ ਮਾਂ ਲੋਕਾਂ ਦੇ ਘਰਾਂ 'ਚ ਕੰਮ ਕਰਦੀ ਅਤੇ ਉੱਥੋਂ ਬਚਿਆ ਖੁਚਿਆ ਖਾਣਾ ਲੈ ਆਉਂਦੀ। ਅਸੀਂ ਬੜੀ ਮੁਸ਼ਕਲ ਨਾਲ ਘਰ ਦਾ ਕਿਰਾਇਆ ਪੂਰਾ ਕਰਦੀਆਂ ਅਤੇ ਇੱਧਰੋਂ ਉੱਧਰੋਂ ਬਚਿਆ ਖੁਚਿਆ ਖਾਣਾ ਖਾ ਕੇ ਗੁਜ਼ਾਰਾ ਕਰਦੀਆਂ। ਇਹ ਕੋਈ ਜ਼ਿੰਦਗੀ ਨਹੀਂ ਸੀ। ਅਸੀਂ ਇਸ ਤਰ੍ਹਾਂ ਨਹੀਂ ਜਿਉ ਸਕਦੀਆਂ ਸੀ। ਮੈਂ ਇਸ ਤਰ੍ਹਾਂ ਨਹੀਂ ਜਿਉਣਾ ਚਾਹੁੰਦੀ ਸੀ। ਮੈਂ ਆਪਣੀ ਮਾਂ ਨੂੰ ਕਿਹਾ ਕਿ ਸਾਰੀ ਜ਼ਿੰਦਗੀ ਇਸ ਤਰ੍ਹਾਂ ਨਹੀਂ ਲੰਘੇਗੀ। ਜੇ ਅਸੀਂ ਗਰੀਬ ਪੈਦਾ ਹੁੰਦੇ ਤਾਂ ਇਹ ਸਾਡੀ ਕਿਸਮਤ ਹੁੰਦੀ, ਪਰ ਜੇ ਅਸੀਂ ਗਰੀਬ ਮਰਦੇ ਹਾਂ ਤਾਂ ਇਹ ਸਾਡੀ ਗਲਤੀ ਹੁੰਦੀ ਆ। ਮੇਰੀ ਮਾਂ ਨੇ ਕਿਹਾ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਕੀ ਕਰ ਸਕਦੇ ਹਾਂ, ਲੋਕਾਂ ਦਾ ਬਚਿਆ ਖੁਚਿਆ ਖਾਣਾ ਖਾਣ ਦੀ ਬਜਾਏ ਘਰ ਵਿੱਚ ਖਾਣਾ ਬਣਾਉਣ ਲੱਗ ਜਾਵਾਂਗੇ। ਪਰ ਖਾਣਾ ਬਣਾਉਣ ਦੇ ਲਈ ਬਹੁਤ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਹੁੰਦੀ ਆ ਜੋ ਸਾਡੇ ਕੋਲ ਨਹੀਂ ਹਨ। ਜੇ ਅਸੀਂ ਘਰ ਵਿੱਚ ਖਾਣਾ ਬਣਾਵਾਂਗੇ ਤਾਂ ਸਾਡੇ ਬਹੁਤ ਸਾਰੇ ਪੈਸੇ ਲੱਗ ਜਾਣਗੇ, ਪਰ ਮੰਗ ਕੇ ਖਾਣਾ ਬਹੁਤ ਸੌਖਾ। ਮੈਂ ਕਿਹਾ ਨਹੀਂ ਮਾਂ, ਦਰਅਸਲ ਮੰਗ ਕੇ ਖਾਣਾ ਹੀ ਜ਼ਿਆਦਾ ਮੁਸ਼ਕਲ ਆ, ਪਰ ਤੁਹਾਨੂੰ ਆਸਾਨ ਲੱਗ ਰਿਹਾ। ਮੇਰੀ ਮਾਂ ਨੇ ਕਿਹਾ ਤੂੰ ਕੀ ਕਰ ਲਵੇਂਗੀ। ਮੇਰੇ ਦਿਮਾਗ ਵਿੱਚ ਕੁਝ ਹੋਰ ਹੀ ਚੱਲ ਰਿਹਾ ਸੀ। ਜਿਸ ਫੈਕਟਰੀ ਵਿੱਚ ਮੈਂ ਕੰਮ ਕਰਦੀ ਸੀ ਉਸ ਦਾ ਮਾਲਕ ਹਮੇਸ਼ਾ ਮੈਨੂੰ ਅਜੀਬ ਨਜ਼ਰ ਨਾਲ ਦੇਖਦਾ ਰਹਿੰਦਾ ਸੀ। ਸ਼ਾਇਦ ਉਹ ਮੈਨੂੰ ਪਸੰਦ ਕਰਦਾ ਸੀ, ਮੇਰੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ।
ਜੋ ਸ਼ਰੀਫ ਔਰਤਾਂ ਹੁੰਦੀਆਂ, ਜਦੋਂ ਉਹਨਾਂ ਦੀ ਜ਼ਿੰਦਗੀ 'ਚ ਕੋਈ ਮਰਦ ਆਉਂਦਾ ਜਾਂ ਕੋਈ ਉਹਨਾਂ ਨੂੰ ਦੂਰ ਤੋਂ ਦੇਖਦਾ ਤਾਂ ਉਹਨਾਂ ਦਾ ਕਿਸੇ ਮਰਦ ਦੇ ਨਾਲ ਕੋਈ ਵੀ ਕਨੈਕਸ਼ਨ ਹੁੰਦਾ ਤਾਂ ਉਹ ਇਹ ਸਮਝਦੀਆਂ ਕਿ ਇਹ ਮਰਦ ਮੈਨੂੰ ਇਸ ਲਈ ਦੇਖ ਰਿਹਾ ਕਿਉਂਕਿ ਉਹ ਮੇਰੇ ਨਾਲ ਵਿਆਹ ਕਰਵਾਉਣਾ ਚਾਹੁੰਦਾ। ਪਰ ਵਿਆਹ ਦੀ ਗੱਲ ਮਰਦ ਦੇ ਦਿਮਾਗ ਵਿੱਚ ਸਭ ਤੋਂ ਅਖੀਰ ਵਿੱਚ ਆਉਂਦੀ ਆ। ਪਰ ਇਹ ਆਦਮੀ ਇੰਨਾ ਮਾੜਾ ਨਹੀਂ ਸੀ। ਉਸਨੇ ਵਿਆਹ ਦਾ ਹੀ ਸੋਚਿਆ ਹੋਇਆ ਸੀ। ਮੈਂ ਸੁਣਿਆ ਸੀ ਕਿ ਉਸਦੀ ਇੱਕ ਪਤਨੀ ਸੀ ਪਰ ਉਸਦੇ ਔਲਾਦ ਨਹੀਂ ਸੀ। ਸ਼ਾਇਦ ਔਲਾਦ ਦੇ ਲਈ ਉਹ ਵਿਆਹ ਕਰਵਾਉਣਾ ਚਾਹੁੰਦਾ ਸੀ। ਮੈਂ ਉਸ ਆਦਮੀ ਨਾਲ ਕਦੇ ਵੀ ਵਿਆਹ ਨਾ ਕਰਵਾਉਂਦੀ। ਉਸਦੀ ਸ਼ਕਲ ਬਿਲਕੁਲ ਹੀ ਬੁਰੀ ਸੀ। ਉਹ ਮੇਰੇ ਪਾਪਾ ਦੀ ਉਮਰ ਦਾ ਸੀ। ਉਸ ਦੀਆਂ ਅੱਖਾਂ 'ਚ ਅਜੀਬ ਜਿਹਾ ਅਹਿਸਾਸ ਹੁੰਦਾ ਸੀ। ਉਸ ਦੇ ਚਿਹਰੇ 'ਤੇ ਸਖਤੀ ਨਜ਼ਰ ਆਉਂਦੀ। ਉਹ ਇੱਕ ਅਜਿਹਾ ਆਦਮੀ ਸੀ ਜਿਸ ਦੇ ਕੋਲ ਲੰਘਣ ਲਈ ਵੀ ਕੋਈ ਰਾਜ਼ੀ ਨਾ ਹੋਵੇ। ਜਿਵੇਂ ਕੋਈ ਦੁਕਾਨਦਾਰ ਜਿਸ ਤੋਂ ਤੁਸੀਂ ਕੋਈ ਚੀਜ਼ ਲੈਂਦੇ ਹੋ ਤਾਂ ਉਸ ਦੇ ਕੋਲੋਂ ਲੰਘ ਜਾਂਦੇ ਹੋ, ਬਸ ਉਸ ਬਾਰੇ ਕੁਝ ਹੋਰ ਨਹੀਂ ਸੋਚਦੇ। ਪਰ ਉਹ ਹਮੇਸ਼ਾ ਮੈਨੂੰ ਅਜੀਬ ਨਜ਼ਰਾਂ ਨਾਲ ਦੇਖਦਾ ਰਹਿੰਦਾ ਸੀ। ਉਸ ਦਾ ਚਿਹਰਾ ਦੱਸਦਾ ਸੀ ਕਿ ਉਹ ਕੀ ਚਾਹੁੰਦਾ। ਔਰਤ ਦੇ ਅੰਦਰ ਰੱਬ ਨੇ ਇਹ ਖੂਬੀ ਰੱਖੀ ਆ, ਉਹ ਪਹਿਚਾਣ ਲੈਂਦੀ ਆ ਕਿ ਮਰਦ ਉਸ ਨੂੰ ਕਿਸ ਤਰੀਕੇ ਨਾਲ ਦੇਖ ਰਿਹਾ ਤੇ ਮੇਰੇ ਬਾਰੇ ਉਹ ਕੀ ਸੋਚ ਰਿਹਾ। ਇਹ ਹਰ ਔਰਤ ਨੂੰ ਬਹੁਤ ਪਤਾ ਹੁੰਦਾ। ਬੇਵਕੂਫ ਉਹੀ ਔਰਤ ਬਣਦੀ ਆ ਜੋ ਖੁਦ ਬੇਵਕੂਫ ਬਣਨਾ ਚਾਹੁੰਦੀ ਆ। ਮੈਂ ਵੀ ਬੇਵਕੂਫ ਬਣਨਾ ਚਾਹੁੰਦੀ ਸੀ, ਲੇਕਿਨ ਸਮਝਦਾਰੀ ਦੇ ਨਾਲ ਮੈਂ ਇਹ ਦੇਖਣ ਦੇ ਲਈ ਕਿ ਵਾਕਈ ਉਸ ਦੇ ਦਿਲ ਵਿੱਚ ਮੇਰੇ ਲਈ ਕੁਝ ਹੈ। ਮੈਂ ਉਸ ਨੂੰ ਕਿਹਾ ਕਿ ਮੈਨੂੰ ਪੈਸਿਆਂ ਦੀ ਜ਼ਰੂਰਤ ਆ। ਉਸ ਨੇ ਮੈਨੂੰ ਪੈਸੇ ਦੇ ਦਿੱਤੇ ਤੇ ਕਿਹਾ ਕਿ ਤੂੰ ਵੀ ਮੇਰੀ ਖੁਸ਼ੀ ਦਾ ਖਿਆਲ ਰੱਖ, ਪਰ ਤੂੰ ਤਾਂ ਮੇਰੇ ਵੱਲ ਦੇਖਦੀ ਤੱਕ ਨਹੀਂ। ਮੈਂ ਕਿਹਾ ਤੁਹਾਡੀ ਖੁਸ਼ੀ ਕੀ ਆ? ਉਸ ਨੇ ਕਿਹਾ ਮੈਂ ਤੈਨੂੰ ਕੱਲ੍ਹ ਦੱਸਾਂਗਾ। ਅਗਲੇ ਦਿਨ ਉਹ ਬੜੇ ਹੀ ਤਿਆਰ ਹੋ ਕੇ ਆਇਆ। ਉਸ ਨੇ ਚੰਗੇ ਕੱਪੜੇ ਪਾਏ ਸੀ। ਲੱਗਦਾ ਸੀ ਕਿ ਕਈ ਸਦੀਆਂ ਬਾਅਦ ਉਸ ਨੇ ਆਪਣਾ ਮੂੰਹ ਧੋਤਾ। ਕਾਫੀ ਬਿਹਤਰ ਲੱਗ ਰਿਹਾ ਸੀ। ਉਸ ਨੇ ਕਿਹਾ ਮੈਂ ਤੇਰੇ ਨਾਲ ਵਿਆਹ ਕਰਵਾਉਣਾ ਚਾਹੁੰਦਾ। ਮੈਂ ਤੈਨੂੰ ਪ੍ਰਪੋਜ਼ ਕਰ ਰਿਹਾ। ਮੈਨੂੰ ਪਤਾ ਕਿ ਤੂੰ ਅੱਜ ਕੱਲ੍ਹ ਦੀ ਕੁੜੀ ਆ। ਅੱਜ ਕੱਲ੍ਹ ਦੀਆਂ ਕੁੜੀਆਂ ਨੂੰ ਇਹ ਸਭ ਕੁਝ ਚੰਗਾ ਲੱਗਦਾ। ਮੈਂ ਆਪਣੇ ਮੋਬਾਈਲ 'ਤੇ ਇਹ ਸਭ ਕੁਝ ਦੇਖਦਾ ਰਹਿਣਾ। ਤੈਨੂੰ ਜੋ ਕੁਝ ਵੀ ਚੰਗਾ ਲੱਗਦਾ ਮੈਂ ਤੇਰੇ ਲਈ ਉਹ ਸਭ ਕੁਝ ਕਰਾਂਗਾ। ਤੈਨੂੰ ਵਧੀਆ ਵਧੀਆ ਕੱਪੜੇ ਖਰੀਦ ਕੇ ਦੇਵਾਂਗਾ। ਤੇਰਾ ਸਾਰਾ ਖਰਚਾ ਕਰਾ ਦਿਆ ਕਰਾਂਗਾ। ਤੂੰ ਜਿੱਥੇ ਕਹੇਂਗੀ ਮੈਂ ਉੱਥੇ ਸ਼ਹਿਰ ਦੇ ਲਈ ਲੈ ਕੇ ਜਾਵਾਂਗਾ। ਬਸ ਤੂੰ ਮੇਰੇ ਨਾਲ ਵਿਆਹ ਕਰਵਾ ਲਾ। ਮੇਰੀ ਪਤਨੀ ਸੀ ਪਰ ਬੱਚੇ ਨਹੀਂ ਸੀ। ਆਪਾਂ ਬੱਚੇ ਵੀ ਪੈਦਾ ਕਰਾਂਗੇ ਤੇ ਖੁਸ਼ ਰਵਾਂਗੇ। ਸਾਡੀ ਜ਼ਿੰਦਗੀ ਵਧੀਆ ਹੋ ਜਾਵੇਗੀ। ਮੈਂ ਦੇਖਣ 'ਚ ਅਲੇਜਿਹਾ ਲੱਗਦਾ ਹਾਂ ਪਰ ਇੰਨਾ ਬੁੱਢਾ ਨਹੀਂ ਹਾਂ। ਮੇਰੀ ਉਮਰ ਸਿਰਫ 45 ਸਾਲ ਆ। ਤੂੰ ਮੇਰਾ ਖਿਆਲ ਰੱਖੇਂਗੀ ਤਾਂ ਮੈਂ ਹੋਰ ਵੀ ਜਵਾਨ ਹੋ ਜਾਵਾਂਗਾ। ਉਹ ਇੱਕ ਹੀ ਸਾਹ 'ਚ ਬੋਲਦਾ ਜਾ ਰਿਹਾ ਸੀ। ਮੈਨੂੰ ਤਾਂ ਇਹ ਪਹਿਲਾਂ ਤੋਂ ਹੀ ਪਤਾ ਸੀ ਕਿ ਇਹ ਸਭ ਕੁਝ ਕਹਿਣ ਵਾਲਾ। ਜਦੋਂ ਕਿਸੇ ਮਰਦ ਨੇ ਔਰਤ ਨੂੰ ਵਿਆਹ ਦੇ ਲਈ ਮਨਾਉਣਾ ਹੁੰਦਾ ਤਾਂ ਉਹ ਅਜਿਹੀਆਂ ਹੀ ਗੱਲਾਂ ਕਰਦਾ ਤੇ ਉਸ ਨੂੰ ਲੱਗਦਾ ਕਿ ਉਹ ਇੱਕ ਬਹੁਤ ਵਧੀਆ ਸ਼ਾਇਰ ਆ ਜਾਂ ਉਸ ਦੇ ਹੱਥ 'ਚ ਕੋਈ ਜਾਦੂ ਦੀ ਛੜੀ ਆ ਜੋ ਘੁਮਾਵੇਗਾ ਤਾਂ ਸਭ ਕੁਝ ਹੋ ਜਾਵੇਗਾ। ਤੇ ਕਦੇ ਕਹਿੰਦਾ ਕਿ ਚੰਦ ਤਾਰੇ ਤੋੜ ਕੇ ਲੈ ਆਵਾਂਗਾ ਤੇ ਕਦੇ ਕਹਿੰਦਾ ਪੂਰੀ ਦੁਨੀਆ ਨਾਲ ਲੜ ਜਾਵਾਂਗਾ। ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਤੇ ਇਹ ਸਾਰੀਆਂ ਹੀ ਗੱਲਾਂ ਨਾਮੁਮਕਿਨ ਹੁੰਦੀਆਂ, ਸੁਣਨ ਵਿੱਚ ਵੀ ਅਜੀਬ ਲੱਗਦੀਆਂ। ਪਰ ਫਿਰ ਵੀ ਬਹੁਤ ਸਾਰੀਆਂ ਕੁੜੀਆਂ ਇਹਨਾਂ ਗੱਲਾਂ 'ਤੇ ਯਕੀਨ ਕਰ ਲੈਂਦੀਆਂ ਤੇ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਫੈਸਲਾ ਕਰ ਲੈਂਦੀਆਂ। ਮੈਂ ਵੀ ਕਰ ਲਿਆ ਸੀ। ਮੈਂ ਕਿਹਾ ਕਿ ਮੇਰੀ ਉਮਰ ਸਿਰਫ 19 ਸਾਲ ਆ। ਤੁਸੀਂ ਤਾਂ ਮੇਰੇ ਤੋਂ ਦੁੱਗਣੀ ਉਮਰ ਦੇ ਹੋ। ਤੁਹਾਨੂੰ ਕੀ ਲੱਗਦਾ ਕਿ ਮੇਰੇ ਲਈ ਇਹ ਸਭ ਕੁਝ ਆਸਾਨ ਆ? ਲੋਕ ਮੇਰੇ ਬਾਰੇ ਕਿੰਨੀਆਂ ਗੱਲਾਂ ਕਰਨਗੇ। ਇਹੀ ਕਹਿਣਗੇ ਕਿ ਫੈਕਟਰੀ 'ਚ ਜਾਂਦੀ ਸੀ, ਮਾਲਕ ਨੂੰ ਆਪਣੇ ਪਿੱਛੇ ਲਾ ਲਿਆ। ਮੇਰੀ ਮਾਂ ਵੀ ਬਹੁਤ ਗੁੱਸੇ ਹੋਵੇਗੀ। ਤੁਹਾਨੂੰ ਨਹੀਂ ਪਤਾ ਮੇਰੀ ਮਾਂ ਬਹੁਤ ਗੁੱਸੇ ਵਾਲੀ ਆ ਤੇ ਮੇਰੀਆਂ ਸਾਰੀਆਂ ਸਹੇਲੀਆਂ ਵੀ। ਮੇਰੀ ਜ਼ਿੰਦਗੀ ਤਾਂ ਬਹੁਤ ਅਜੀਬ ਹੋ ਜਾਵੇਗੀ। ਤੁਹਾਡੀ ਖੁਸ਼ੀ ਦੇ ਲਈ ਮੈਂ ਕਿਵੇਂ ਆਪਣੀ ਸਾਰੀ ਜ਼ਿੰਦਗੀ ਨੂੰ ਦਾਅ 'ਤੇ ਲਾ ਦੇਵਾਂ? ਇਹ ਨਹੀਂ ਹੋ ਸਕਦਾ। ਤੁਸੀਂ ਜੇ ਮੈਨੂੰ ਜੌਬ ਤੋਂ ਕੱਢਣਾ ਏ ਤਾਂ ਕੱਢ ਦਿਓ ਕਿਉਂਕਿ ਮੈਂ ਤੁਹਾਡੀ ਗੱਲ ਨਹੀਂ ਮੰਨਾਂਗੀ। ਹਾਂ, ਇਸ ਤਰ੍ਹਾਂ ਮੈਂ ਭੁੱਖ ਨਾਲ ਮਰ ਜਾਵਾਂਗੀ। ਪਰ ਕੋਈ ਗੱਲ ਨਹੀਂ। ਮੈਂ ਅਜੀਬ ਜਿਹੀ ਸ਼ਕਲ ਬਣਾ ਲਈ ਤੇ ਰੋਣਾ ਸ਼ੁਰੂ ਕਰ ਦਿੱਤਾ। ਉਸ ਨੇ ਕਿਹਾ ਤੂੰ ਤਾਂ ਰੋਣ ਲੱਗ ਗਈ। ਦੇਖ, ਰੋ ਨਾ। ਮੈਂ ਤੇਰੀਆਂ ਅੱਖਾਂ ਵਿੱਚ ਖੁਸ਼ੀ ਦੇਖਣਾ ਚਾਹੁੰਦਾ। ਮੈਨੂੰ ਪਤਾ ਹੈ ਕਿ ਤੇਰੇ ਲਈ ਇਹ ਸਭ ਕੁਝ ਆਸਾਨ ਨਹੀਂ, ਪਰ ਮੈਂ ਵੀ ਤਾਂ ਬਦਲੇ ਵਿੱਚ ਤੇਰੇ ਲਈ ਸਭ ਕੁਝ ਕਰਾਂਗਾ। ਮੈਂ ਤੈਨੂੰ ਪਿਆਰ ਕਰਦਾ। ਤੇਰੇ 'ਤੇ ਮੁਸੀਬਤ ਲਿਆਉਣ ਦੀ ਵਜ੍ਹਾ ਥੋੜ੍ਹੀ ਬਣਾਂਗਾ। ਜੇ ਤੂੰ ਮੇਰੇ ਨਾਲ ਵਿਆਹ ਨਹੀਂ ਕਰਵਾਉਂਦੀ ਤਾਂ ਮੈਂ ਆਪਣੀ ਜਾਨ ਦੇ ਦੇਵਾਂਗਾ। ਇਸ ਤੋਂ ਜ਼ਿਆਦਾ ਮੈਂ ਹੋਰ ਕੀ ਕਰ ਸਕਦਾ ਹਾਂ? ਮੈਂ ਕਿਹਾ ਇੱਕ ਕੰਮ ਹੋ ਸਕਦਾ ਹੈ।
ਜੇ ਤੁਸੀਂ ਮੇਰੇ ਨਾਲ ਵਿਆਹ ਕਰਵਾਉਣਾ ਹੈ ਤਾਂ ਤੁਹਾਨੂੰ ਇਹ ਫੈਕਟਰੀ ਮੇਰੇ ਨਾਮ ਕਰਵਾਉਣੀ ਪਵੇਗੀ। ਮੇਰੀ ਇਸ ਗੱਲ 'ਤੇ ਉਹ ਚੁੱਪ ਹੋ ਗਿਆ ਤੇ ਮੈਨੂੰ ਪਤਾ ਸੀ ਕਿ ਮੈਨੂੰ ਥੋੜ੍ਹਾ ਹੋਰ ਬੋਲਣਾ ਚਾਹੀਦਾ, ਜੋ ਕਿ ਮੈਂ ਪਹਿਲਾਂ ਹੀ ਸੋਚ ਕੇ ਬੈਠੀ ਸੀ। ਮੈਂ ਕਿਹਾ, ਜਦੋਂ ਮੈਂ ਤੁਹਾਡੀ ਪਤਨੀ ਬਣ ਜਾਵਾਂਗੀ, ਜੋ ਕੁਝ ਤੁਹਾਡਾ ਹੈ ਉਹ ਸਭ ਕੁਝ ਮੇਰਾ ਹੀ ਹੋਵੇਗਾ ਤੇ ਫੈਕਟਰੀ ਆਪਣੇ ਨਾਮ ਕਰਵਾਉਣ ਦੇ ਪਿੱਛੇ ਸਿਰਫ ਇੱਕ ਹੀ ਮਕਸਦ ਆ ਕਿ ਮੈਂ ਆਪਣੀ ਮਾਂ ਨੂੰ ਕਹਿ ਸਕਦੀ ਹਾਂ ਕਿ ਉਹ ਇਨਸਾਨ ਮੈਨੂੰ ਬਹੁਤ ਪਿਆਰ ਕਰਦਾ। ਉਸਨੇ ਆਪਣੀ ਫੈਕਟਰੀ ਮੇਰੇ ਨਾਮ ਕਰ ਦਿੱਤੀ। ਮੇਰੀ ਮਾਂ ਸਬੂਤ ਦੇਖੇ ਬਿਨਾਂ ਨਹੀਂ ਮੰਨੇਗੀ, ਪਰ ਸਬੂਤ ਦੇਖ ਕੇ ਫੌਰਨ ਮੰਨ ਜਾਵੇਗੀ। ਉਸ ਤੋਂ ਬਾਅਦ ਤੁਹਾਡਾ ਕੀ ਤੇ ਮੇਰਾ ਕੀ? ਪਤੀ ਪਤਨੀ ਦਾ ਸਭ ਕੁਝ ਇੱਕ ਹੀ ਹੁੰਦਾ। ਜਦੋਂ ਸਾਡਾ ਵਿਆਹ ਹੋ ਜਾਵੇਗਾ ਤਾਂ ਮੈਂ ਵਾਪਸ ਸਭ ਕੁਝ ਤੁਹਾਡੇ ਨਾਮ ਕਰ ਦੇਵਾਂਗੀ। ਤੇ ਗੱਲ ਵੀ ਇਹੀ ਸੀ। ਜੇ ਮੈਂ ਆਪਣੀ ਮਾਂ ਨੂੰ ਦੱਸਣਾ ਸੀ ਤਾਂ ਮੇਰੀ ਮਾਂ ਨੇ ਕਹਿਣਾ ਸੀ ਕਿ ਤੇਰੀ ਸ਼ਕਲ ਸੂਰਤ ਤਾਂ ਬਹੁਤ ਸੋਹਣੀ ਆ, ਫਿਰ ਤੂੰ ਇਸ ਆਦਮੀ ਨਾਲ ਵਿਆਹ ਕਿਉਂ ਕਰਵਾ ਰਹੀ ਆ? ਪਰ ਇਹ ਗੱਲ ਸਾਫ਼ ਸੀ ਕਿ ਜੇ ਬਦਲੇ 'ਚ ਕੁਝ ਮਿਲ ਰਿਹਾ ਤਾਂ ਮੇਰੀ ਮਾਂ ਨੇ ਆਸਾਨੀ ਨਾਲ ਮੰਨ ਜਾਣਾ ਸੀ, ਪਰ ਜੇ ਕੁਝ ਨਹੀਂ ਮਿਲਦਾ ਸੀ ਤਾਂ ਮੇਰੀ ਮਾਂ ਨੇ ਕਹਿਣਾ ਸੀ ਕਿ ਤੇਰਾ ਦਿਮਾਗ ਖਰਾਬ ਆ ਜਾਂ ਤੂੰ ਇਸ਼ਕ ਵਿੱਚ ਨਿਕੰਮੀ ਹੋ ਗਈ ਆ। ਪਰ ਅਜਿਹੇ ਆਦਮੀ ਨਾਲ ਇਸ਼ਕ ਕੌਣ ਕਰ ਸਕਦਾ? ਇਹ ਤਾਂ ਉਸ ਨੂੰ ਵੀ ਪਤਾ ਸੀ। ਉਹ ਵੀ ਕਾਰੋਬਾਰੀ ਆਦਮੀ ਸੀ। ਉਸ ਨੂੰ ਪਤਾ ਹੋਣਾ ਚਾਹੀਦਾ ਸੀ ਕਿ ਦੁਨੀਆ ਅਜਿਹੀ ਹੀ ਆ। ਇੱਥੇ ਤਾਂ ਕੁਝ ਦਿਓ ਤੇ ਫਿਰ ਕੁਝ ਲਓ, ਇਹੀ ਕਾਨੂੰਨ ਚੱਲਦਾ। ਤੇ ਜੇ ਮੈਂ ਇਹ ਇਸ ਤਰ੍ਹਾਂ ਕਹਿ ਰਹੀ ਸੀ ਤਾਂ ਇਸ ਵਿੱਚ ਕੁਝ ਵੀ ਬੁਰਾ ਨਹੀਂ ਸੀ। ਮੈਂ ਉਸ ਨੂੰ ਕਿਹਾ ਕਿ ਮੈਨੂੰ ਇਹਨਾਂ ਸਾਰੀਆਂ ਚੀਜ਼ਾਂ ਦੀ ਕੋਈ ਲਾਲਚ ਨਹੀਂ। ਮੈਂ ਚਾਹਾਂ ਤਾਂ ਕੁਝ ਵੀ ਕਰਕੇ ਪੈਸਾ ਕਮਾ ਸਕਦੀ ਹਾਂ, ਪਰ ਮੈਂ ਅਜਿਹਾ ਕਦੇ ਨਹੀਂ ਕਰਾਂਗੀ। ਮੈਂ ਲਾਲਚੀ ਨਹੀਂ ਹਾਂ, ਮੈਨੂੰ ਕੁਝ ਨਹੀਂ ਚਾਹੀਦਾ, ਲੇਕਿਨ ਮੇਰੀ ਮਾਂ ਨੂੰ ਦਿਖਾਉਣ ਦੇ ਲਈ ਇਹ ਸਭ ਕੁਝ ਕਰਨਾ ਪਵੇਗਾ। ਉਸ ਨੂੰ ਮੇਰੀ ਗੱਲ ਬਹੁਤ ਚੰਗੀ ਲੱਗੀ, ਜਦ ਕਿ ਮੇਰਾ ਅਜਿਹਾ ਕੁਝ ਕਰਨ ਦਾ ਇਰਾਦਾ ਨਹੀਂ ਸੀ। ਮੈਂ ਤਾਂ ਉਸ ਨੂੰ ਆਪਣੀਆਂ ਗੱਲਾਂ 'ਚ ਲੈ ਰਹੀ ਸੀ। ਮੈਨੂੰ ਪਤਾ ਸੀ ਕਿ ਮੈਂ ਗਲਤ ਕਰ ਰਹੀ ਹਾਂ, ਪਰ ਮੈਂ ਕੀ ਕਰਦੀ? ਮੈਂ ਸਹੀ ਰਸਤੇ 'ਤੇ ਚੱਲਣ 'ਤੇ ਥੱਕ ਗਈ ਸੀ। ਸਹੀ ਰਸਤੇ 'ਤੇ ਚੱਲ ਕੇ ਤਾਂ ਮੈਨੂੰ 2 ਵਕਤ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ ਸੀ। ਲੋਕਾਂ ਦਾ ਬਚਿਆ ਖੁਚਿਆ ਖਾਣਾ ਖਾ ਕੇ ਤੰਗ ਆ ਗਈ ਸੀ। ਕੀ ਪਤਾ ਲੋਕ ਆਪਣੀ ਪਲੇਟ ਵਿੱਚੋਂ ਬਚਿਆ ਹੋਇਆ ਖਾਣਾ ਮੇਰੀ ਮਾਂ ਨੂੰ ਦਿੰਦੇ ਹੋਣ। ਮੇਰੀ ਮਾਂ ਤਾਂ ਹੁਣ ਬੁੱਢੀ ਹੋ ਗਈ ਸੀ। ਉਸ ਨੂੰ ਤਾਂ ਹੁਣ ਚੰਗੀ ਤਰ੍ਹਾਂ ਕੁਝ ਨਜ਼ਰ ਵੀ ਨਹੀਂ ਆਉਂਦਾ ਸੀ। ਮੈਨੂੰ ਉਲਟੇ ਸਿੱਧੇ ਸੁਪਨੇ ਆਉਂਦੇ ਸੀ। ਮੈਨੂੰ ਅਜਿਹਾ ਲੱਗਦਾ ਸੀ ਕਿ ਇਸ ਦੁਨੀਆ ਵਿੱਚ ਮੈਂ ਕਦੇ ਖੁਸ਼ ਨਹੀਂ ਰਹਿ ਸਕਾਂਗੀ। ਇੱਥੇ ਜਿਹਦੇ ਕੋਲ ਪੈਸਾ ਨਹੀਂ, ਉਹਦੇ ਲਈ ਇਹ ਦੁਨੀਆ ਨਰਕ ਆ, ਜਾਂ ਫਿਰ ਜੰਨਤ ਤੇ ਨਰਕ ਤੋਂ ਕਿਉਂ ਡਰਨਾ? ਉਸ ਨੇ ਕਿਹਾ ਕਿ ਤੇਰੀ ਗੱਲ ਠੀਕ ਆ। ਅੱਜ ਕੱਲ੍ਹ ਕੋਈ ਵੀ ਆਪਣੀ ਬੇਟੀ ਨੂੰ ਇਸ ਤਰ੍ਹਾਂ ਨਹੀਂ ਦਿੰਦਾ। ਫਿਰ ਤੂੰ ਤਾਂ ਸੋਹਣੀ ਵੀ ਆ, ਤੈਨੂੰ ਤਾਂ ਕੋਈ ਵੀ ਮਿਲ ਜਾਵੇਗਾ। ਮੈਂ ਕਿਹਾ, ਅਜਿਹੀ ਕੋਈ ਗੱਲ ਨਹੀਂ, ਪਰ ਉਹ ਮੇਰੀ ਮਾਂ, ਮੈਂ ਉਸ ਦੇ ਖਿਲਾਫ ਨਹੀਂ ਜਾ ਸਕਦੀ। ਮਾਂ ਨਾਲ ਬਦਤਮੀਜ਼ੀ ਤਾਂ ਨਹੀਂ ਕਰ ਸਕਦੀ। ਉਹ ਜੋ ਕਹਿੰਦੀ ਆ ਉਹ ਕਰਨਾ ਪਵੇਗਾ। ਲੇਕਿਨ ਵਿਆਹ ਤੋਂ ਬਾਅਦ ਅਸੀਂ ਦੋਨੋਂ ਇੱਕ ਟੀਮ ਵਿੱਚ ਹੋ ਜਾਵਾਂਗੇ। ਫਿਰ ਅਸੀਂ ਜਾਣੀਏ ਸਾਡਾ ਕੰਮ ਜਾਣੇ, ਕਿਸੇ ਨੂੰ ਸਾਡੇ ਨਾਲ ਕੀ, ਆਪਾਂ ਦੋਨੋਂ ਇੱਕ ਦੂਜੇ ਨਾਲ ਖੁਸ਼ ਰਵਾਂਗੇ। ਉਸ ਨੇ ਕਿਹਾ ਕਿ ਤੂੰ ਵਾਕਈ ਮੇਰੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਆ? ਮੈਂ ਕਿਹਾ, ਹਾਂ, ਮੈਂ ਉਸ ਇਨਸਾਨ ਨਾਲ ਵਿਆਹ ਕਰਵਾਉਣਾ ਚਾਹੁੰਦੀ ਆ ਜੋ ਮੈਨੂੰ ਪਿਆਰ ਕਰਦਾ ਹੈ, ਕਿਉਂਕਿ ਜੇ ਕਿਸੇ ਨੇ ਖੁਸ਼ ਰਹਿਣਾ ਤਾਂ ਉਸ ਨੂੰ ਉਸ ਨਾਲ ਹੀ ਵਿਆਹ ਕਰਵਾਉਣਾ ਚਾਹੀਦਾ ਜੋ ਉਸ ਨੂੰ ਪਿਆਰ ਕਰਦਾ ਹੋਵੇ। ਤੇ ਫਿਰ ਮੈਂ ਕਿਉਂ ਅਜਿਹੇ ਇਨਸਾਨ ਨੂੰ ਛੱਡ ਦੇਵਾਂ ਜੋ ਮੈਨੂੰ ਪਿਆਰ ਕਰਦਾ? ਪਿਆਰ ਤਾਂ ਬੜੀ ਮੁਸ਼ਕਲ ਨਾਲ ਮਿਲਦਾ। ਜਿਸ ਦੇ ਕੋਲ ਪਿਆਰ ਹੁੰਦਾ ਉਸ ਦੇ ਕੋਲ ਸਭ ਕੁਝ ਹੁੰਦਾ। ਉਸ ਨੇ ਕਿਹਾ, ਵਾਕਈ ਤੂੰ ਮੇਰੇ ਪਿਆਰ ਦੇ ਕਾਬਲ ਆ। ਤੇਰੀ ਕਿੰਨੀ ਚੰਗੀ ਸੋਚ ਆ। ਮੈਂ ਬਿਲਕੁਲ ਸਹੀ ਕੁੜੀ ਨਾਲ ਪਿਆਰ ਕੀਤਾ। ਤੂੰ ਫਿਕਰ ਨਾ ਕਰ, ਮੈਂ ਫੈਕਟਰੀ ਤੇਰੇ ਨਾਮ ਕਰ ਦੇਵਾਂਗਾ, ਬਲਕਿ ਵਿਆਹ ਤੋਂ ਪਹਿਲਾਂ ਹੀ ਫੈਕਟਰੀ ਤੇਰੇ ਨਾਮ ਕਰ ਦੇਵਾਂਗਾ ਤੇ ਉਸ ਤੋਂ ਬਾਅਦ ਆਪਾਂ ਵਿਆਹ ਕਰਵਾਵਾਂਗੇ। ਮੈਂ ਕਿਹਾ, ਠੀਕ ਆ, ਤਾਂ ਫਿਰ ਸਮਝੋ ਤੁਸੀਂ ਮੈਨੂੰ ਪ੍ਰਪੋਜ਼ ਕੀਤਾ ਤੇ ਮੈਂ ਤੁਹਾਨੂੰ ਹਾਂ ਕਰ ਦਿੱਤੀ। ਉਸ ਨੇ ਕਿਹਾ, ਫਿਰ ਤਾਂ ਅੱਜ ਬਹੁਤ ਖੁਸ਼ੀ ਦਾ ਦਿਨ ਆ। ਅੱਜ ਫੈਕਟਰੀ ਵਿੱਚ ਸਭ ਨੂੰ ਮਠਿਆਈਆਂ ਖਵਾਵਾਂਗੀ ਤੇ ਤੇਰੇ ਲਈ ਸਪੈਸ਼ਲ ਲੈ ਕੇ ਆਵਾਂਗਾ। ਤੈਨੂੰ ਕਿਹੜੀ ਮਠਿਆਈ ਪਸੰਦ ਆ? ਮੈਂ ਉਸ ਨੂੰ ਆਪਣੀ ਪਸੰਦ ਦੀ ਮਠਿਆਈ ਬਾਰੇ ਦੱਸ ਦਿੱਤਾ ਤਾਂ ਉਸ ਨੇ 5 ਕਿਲੋ ਮਠਿਆਈ ਮੈਨੂੰ ਘਰ ਲਿਜਾਣ ਦੇ ਲਈ ਦੇ ਦਿੱਤੀ। ਜਦੋਂ ਮੈਂ ਘਰ ਗਈ ਤਾਂ ਮਾਂ ਹੈਰਾਨ ਰਹਿ ਗਈ। ਫਿਰ ਮੈਂ ਮਾਂ ਨੂੰ ਸਭ ਕੁਝ ਦੱਸ ਦਿੱਤਾ। ਮਾਂ ਨੇ ਕਿਹਾ, ਬੇਟਾ, ਇਹ ਸਭ ਕੁਝ ਗਲਤ ਆ, ਇਹ ਠੀਕ ਨਹੀਂ। ਮੈਂ ਕਿਹਾ, ਮੈਂ ਵੱਡਾ ਮੈਦਾਨ ਜਿੱਤ ਕੇ ਆਈ ਹਾਂ, ਤੁਸੀਂ ਮੈਨੂੰ ਕਹਿ ਰਹੇ ਹੋ ਕਿ ਇਹ ਸਭ ਗਲਤ ਆ? ਉਹ ਫੈਕਟਰੀ ਮਾਂ ਕਰੋੜਾਂ ਦੀ ਆ, ਤੁਹਾਡੀ ਬੇਟੀ ਕਰੋੜਾਂ ਵਿੱਚ ਚਲੀ ਗਈ। ਮੇਰੀ ਮਾਂ ਨੇ ਕਿਹਾ, ਮੈਨੂੰ ਇਹ ਸਭ ਕੁਝ ਗਲਤ ਲੱਗ ਰਿਹਾ। ਇੱਕ ਔਰਤ ਦੇ ਲਈ ਗਲਤ ਤਰੀਕੇ ਨਾਲ ਪੈਸਾ ਕਮਾਉਣਾ ਬਹੁਤ ਹੀ ਆਸਾਨ ਹੁੰਦਾ, ਪਰ ਜੇ ਮੈਂ ਇਹ ਸਭ ਕੁਝ ਕਰਨਾ ਹੁੰਦਾ ਤਾਂ ਬਹੁਤ ਪਹਿਲਾਂ ਕਰ ਲੈਂਦੀ, ਜਦੋਂ ਤੇਰਾ ਪਿਓ ਮੈਨੂੰ ਛੱਡ ਕੇ ਗਿਆ ਸੀ।
ਮੈਂ ਉਦੋਂ ਜਵਾਨ ਸੀ ਤੇ ਸੋਹਣੀ ਵੀ ਸੀ। ਕਿਸੇ ਅਮੀਰ ਆਦਮੀ ਨਾਲ ਵਿਆਹ ਕਰਵਾ ਲੈਂਦੀ, ਕਿਸੇ ਦੀ ਦੂਜੀ ਪਤਨੀ ਬਣ ਜਾਂਦੀ ਤਾਂ ਤੇਰੇ ਵੀ ਨਸੀਬ ਖੁੱਲ੍ਹ ਜਾਂਦੇ। ਲੇਕਿਨ ਮੈਂ ਅਜਿਹਾ ਕੁਝ ਨਹੀਂ ਕੀਤਾ, ਕਿਸੇ ਹੋਰ ਔਰਤ ਦੇ ਹੱਕ 'ਤੇ ਡਾਕਾ ਨਹੀਂ ਮਾਰਿਆ। ਮੈਂ ਕਿਹਾ, ਮਾਂ, ਇਹਨਾਂ ਸਾਰੀਆਂ ਗੱਲਾਂ ਨਾਲ ਢਿੱਡ ਨਹੀਂ ਭਰਦਾ। ਤੁਸੀਂ ਬੁੱਢੇ ਹੋ ਗਏ ਹੋ, ਹੁਣ ਤੁਹਾਡੇ ਤੋਂ ਲੋਕਾਂ ਦੇ ਘਰ ਵਿੱਚ ਕੰਮ ਨਹੀਂ ਹੁੰਦਾ। ਮੈਂ ਥੋੜ੍ਹੇ ਪੈਸਿਆਂ ਨਾਲ ਘਰ ਦਾ ਖਰਚਾ ਨਹੀਂ ਚਲਾ ਸਕਦੀ। ਮੈਂ ਚੰਗਾ ਖਾਣਾ ਚਾਹੁੰਦੀ ਹਾਂ, ਚੰਗੇ ਕੱਪੜੇ ਪਾਉਣਾ ਚਾਹੁੰਦੀ ਹਾਂ। ਕੀ ਮੈਂ ਕੁਝ ਜ਼ਿਆਦਾ ਮੰਗ ਰਹੀ ਹਾਂ? ਕੀ ਇਹ ਮੇਰਾ ਹੱਕ ਨਹੀਂ? ਕੀ ਇਹ ਇੱਕ ਇਨਸਾਨ ਦਾ ਬੁਨਿਆਦੀ ਹੱਕ ਨਹੀਂ? ਉਹ ਚੰਗਾ ਖਾਵੇ, ਚੰਗਾ ਪਾਵੇ। ਮੇਰੀ ਮਾਂ ਨੇ ਕਿਹਾ ਕਿ ਉਹ ਇੱਕ ਔਰਤ ਦੇ ਹੁੰਦੇ ਹੋਏ ਦੂਜੀ ਨਾਲ ਵਿਆਹ ਨਹੀਂ ਕਰਵਾ ਸਕਦਾ। ਮੈਂ ਕਿਹਾ, ਉਹ ਆਪਣੀ ਪਤਨੀ ਨੂੰ ਛੱਡ ਦੇਵੇਗਾ, ਉਸ ਨੂੰ ਤਲਾਕ ਦੇ ਦੇਵੇਗਾ। ਪਰ ਜੇ ਉਹ ਉਸ ਨਾਲ ਰਹਿਣਾ ਚਾਹੁੰਦੀ ਹੋਈ ਤਾਂ ਰਹਿ ਵੀ ਸਕਦੀ ਆ, ਪਰ ਉਸ ਦੇ ਅੱਗੇ ਪਿੱਛੇ ਕੋਈ ਵੀ ਨਹੀਂ ਹੋ ਜੋ ਉਹ ਜਾ ਕੇ ਕੇਸ ਕਰ ਸਕੇ ਅਤੇ ਕਾਨੂੰਨੀ ਤੌਰ 'ਤੇ ਉਹ ਆਦਮੀ ਮੇਰਾ ਹੀ ਪਤੀ ਅਖਵਾਵੇਗਾ। ਮੇਰੀ ਮਾਂ ਨੂੰ ਇਹ ਗੱਲ ਚੰਗੀ ਨਹੀਂ ਲੱਗੀ। ਉਸ ਨੇ ਕਿਹਾ, ਤੂੰ ਕਿਸੇ ਦੀ ਬਦਦੁਆ ਲੈ ਕੇ ਆਪਣੀ ਜ਼ਿੰਦਗੀ ਸ਼ੁਰੂ ਕਰੇਂਗੀ, ਫਿਰ ਤੇਰੀ ਜ਼ਿੰਦਗੀ 'ਚ ਖੁਸ਼ੀ ਕਿਵੇਂ ਆ ਸਕੇਗੀ? ਮੈਂ ਕਿਹਾ, ਹੋਰ ਮੈਂ ਕੀ ਕਰਾਂ? ਹਰ ਇੱਕ ਇਨਸਾਨ ਦੀ ਜ਼ਿੰਦਗੀ 'ਚ ਇੱਕ ਵਾਰ ਅਜਿਹਾ ਮੌਕਾ ਆਉਂਦਾ, ਜਾਂ ਤਾਂ ਉਹ ਜ਼ੀਰੋ 'ਤੇ ਰਹਿ ਜਾਂਦਾ, ਜਾਂ ਫਿਰ ਉਸ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਜਾਂਦੀ ਆ ਅਤੇ ਉਹ ਅਮੀਰ ਹੋ ਜਾਂਦਾ। ਅਤੇ ਮੈਨੂੰ ਇਹ ਮੌਕਾ ਅਜਿਹਾ ਹੀ ਲੱਗਦਾ। ਵੈਸੇ ਵੀ ਇਮਾਨਦਾਰੀ, ਸੱਚਾਈ ਅਤੇ ਭਲਾਈ ਨਾਲ ਕੀ ਮਿਲਦਾ? ਇਮਾਨਦਾਰੀ ਨਾਲ ਪੇਟ ਨਹੀਂ ਭਰਦਾ। ਸੱਚਾਈ ਦਿਖਾ ਕੇ ਤੁਸੀਂ ਮਕਾਨ ਮਾਲਕ ਨੂੰ ਇਹ ਨਹੀਂ ਕਹਿ ਸਕਦੇ ਕਿ 1 ਮਹੀਨਾ ਘਰ ਵਿੱਚ ਹੋਰ ਰਹਿ ਲੈਣ ਦਿਓ। ਅਤੇ ਭਲਾਈ ਕਰਨ ਵਾਲਾ ਇਨਸਾਨ ਤਾਂ ਵੈਸੇ ਵੀ ਜਲੀਲ ਹੁੰਦਾ, ਉਸ ਦੇ ਨਾਲ ਤਾਂ ਲੋਕ ਹੋਰ ਵੀ ਜ਼ਿਆਦਾ ਮਾੜਾ ਕਰਦੇ ਆ। ਮੇਰੀ ਮਾਂ ਨੇ ਕਿਹਾ, ਚੰਗਾ ਖਾਣਾ ਅਤੇ ਚੰਗਾ ਪਾਉਣ ਦੇ ਲਈ ਕਿਸੇ ਮਾੜੇ ਰਸਤੇ 'ਤੇ ਚੱਲਣਾ ਬਹੁਤ ਵੱਡਾ ਗੁਨਾਹ ਹੁੰਦਾ। ਜੇ ਤੈਨੂੰ ਇਹ ਸਭ ਨਾਲ ਕੋਈ ਨੁਕਸਾਨ ਹੋਇਆ ਤਾਂ ਮੈਂ ਤੇਰਾ ਸਾਥ ਨਹੀਂ ਦੇਵਾਂਗੀ ਅਤੇ ਮੈਂ ਤੇਰੀ ਇਸ ਕਮਾਈ ਵਿੱਚ ਕੁਝ ਵੀ ਨਹੀਂ ਖਾਵਾਂਗੀ। ਮੈਂ ਆਪਣੇ ਲਈ ਖੁਦ ਹੀ ਕਮਾ ਲਿਆ ਕਰਾਂਗੀ। ਮੈਨੂੰ ਆਪਣੀ ਮਾਂ 'ਤੇ ਬਹੁਤ ਹੀ ਅਫਸੋਸ ਹੋਇਆ। ਮੈਂ ਕਿਹਾ, ਤੁਹਾਡੇ ਲਈ ਤਾਂ ਮੈਂ ਇਹ ਸਭ ਕੁਝ ਕੀਤਾ ਕਿ ਮੈਨੂੰ ਇਸ ਬੁੱਢੇ ਨਾਲ ਵਿਆਹ ਕਰਵਾਉਣ ਦਾ ਸ਼ੌਕ ਸੀ, ਅਤੇ ਤੁਸੀਂ ਕੀ ਕਹਿ ਰਹੇ ਹੋ? ਤੁਸੀਂ ਕੁਝ ਨਹੀਂ ਖਾਓਗੇ ਅਤੇ ਇਸ ਕਮਾਈ ਨਾਲ ਫਿਰ ਮੈਂ ਇਹ ਸਭ ਕੁਝ ਕਿਹਦੇ ਲਈ ਕਰਨਾ? ਮੇਰੀ ਮਾਂ ਦੀਆਂ ਅੱਖਾਂ 'ਚ ਹੰਝੂ ਆ ਗਏ। ਉਸ ਨੇ ਮੈਨੂੰ ਕਿਹਾ, ਮੈਨੂੰ ਪਤਾ ਤੂੰ ਇਹ ਸਭ ਕੁਝ ਮੇਰੇ ਲਈ ਕੀਤਾ ਕਮਲਗੇ, ਪਰ ਇਹ ਸਭ ਕੁਝ ਗਲਤ ਆ। ਮੈਂ ਕਿਹਾ, ਕੁਝ ਗਲਤ ਨਹੀਂ, ਕੁਝ ਨਹੀਂ ਹੋਵੇਗਾ। ਮੇਰੀ ਮਾਂ ਨੇ ਕਿਹਾ, ਬੁਰੀ ਨੀਅਤ ਦਾ ਅੰਜਾਮ ਵੀ ਬੁਰਾ ਹੀ ਹੁੰਦਾ। ਪਰ ਮੈਂ ਕਿਹਾ, ਬੁਰੀ ਨੀਅਤ ਤਾਂ ਸਭ ਨੂੰ ਦਿਸਦੀ ਆ, ਪਰ ਸਾਡੀ ਗਰੀਬੀ ਨਹੀਂ ਕਿਸੇ ਨੂੰ ਦਿਸਦੀ। ਅਸੀਂ ਲੋਕਾਂ ਦਾ ਬਚਿਆ ਹੋਇਆ ਖਾਣਾ ਖਾਂਦੇ ਹਾਂ। 3 ਵਕਤ ਦਾ ਖਾਣਾ ਇਨਸਾਨ ਲਈ ਜ਼ਰੂਰੀ ਹੁੰਦਾ, ਪਰ ਸਾਨੂੰ ਤਾਂ 1 ਵਕਤ ਦੀ ਰੋਟੀ ਨਹੀਂ ਮਿਲਦੀ, ਉਹ ਵੀ ਪੂਰੀ ਨਹੀਂ। ਕੀ ਇਹ ਸਭ ਕੁਝ ਕਿਸੇ ਨੂੰ ਦਿਸਦਾ? ਮੇਰੇ ਕੋਲ ਹਰ ਸਵਾਲ ਦਾ ਜਵਾਬ ਸੀ, ਹਰ ਗੱਲ ਦਾ ਕੋਈ ਨਾ ਕੋਈ ਜਵਾਬ ਸੀ। ਮੈਂ ਸੋਚ ਲਿਆ ਸੀ ਕਿ ਮੈਂ ਇਹੀ ਕਰਾਂਗੀ। ਅਸੀਂ ਦੋਨੋਂ ਵਿਆਹ ਕਰਵਾਉਣ ਵਾਲੇ ਸੀ। ਉਸ ਆਦਮੀ ਦਾ ਨਾਮ ਰਾਮ ਸੀ। ਉਹ ਮੈਨੂੰ ਹੀ ਦੇਖ ਰਿਹਾ ਸੀ। ਉਸ ਦਾ ਡਰਾਈਵਰ ਗੱਡੀ ਚਲਾ ਰਿਹਾ ਸੀ, ਉਹ ਪਿੱਛੇ ਬੈਠਾ ਸੀ। ਮੈਂ ਕਿਹਾ, ਤੁਸੀਂ ਕੀ ਦੇਖ ਰਹੇ ਹੋ? ਉਸ ਨੇ ਕਿਹਾ, ਮੈਂ ਦੇਖ ਰਿਹਾ ਕਿ ਮੈਂ ਇੰਨਾ ਬੁਰਾ ਇਨਸਾਨ ਹਾਂ, ਲੇਕਿਨ ਫਿਰ ਵੀ ਤੂੰ ਮੈਨੂੰ ਮਿਲ ਗਈ। ਮੈਂ ਜ਼ਿੰਦਗੀ ਵਿੱਚ ਬਹੁਤ ਚਿਹਰੇ ਦੇਖੇ ਆ, ਪਰ ਤੂੰ ਮੈਨੂੰ ਚੰਗੀ ਲੱਗੀ। ਮੈਂ ਹਮੇਸ਼ਾ ਤੇਰੇ ਨਾਲ ਰਹਿਣਾ ਚਾਹੁੰਦਾ। ਮੈਨੂੰ ਲੱਗਿਆ ਕਿ ਸ਼ਾਇਦ ਉਹ ਆਪਣੇ ਆਪ ਨੂੰ ਬੁਰਾ ਇਸ ਲਈ ਕਹਿ ਰਿਹਾ ਕਿਉਂਕਿ ਉਹ ਆਪਣੇ ਆਪ ਨੂੰ ਬੁਰਾ ਸਮਝਦਾ ਅਤੇ ਖੁਦ ਨੂੰ ਬੁਰਾ ਉਹੀ ਲੋਕ ਕਹਿੰਦੇ ਆ ਜੋ ਅਸਲ ਵਿੱਚ ਬੁਰੇ ਨਹੀਂ ਹੁੰਦੇ, ਬਲਕਿ ਚੰਗੇ ਹੁੰਦੇ ਆ, ਕਿਉਂਕਿ ਜੋ ਬੁਰੇ ਹੁੰਦੇ ਆ ਉਹ ਆਪਣੇ ਆਪ ਨੂੰ ਕਦੇ ਬੁਰਾ ਨਹੀਂ ਕਹਿੰਦੇ। ਮੈਨੂੰ ਤਾਂ ਇਹ ਸਭ ਕੁਝ ਚੰਗਾ ਲੱਗ ਰਿਹਾ ਸੀ, ਵਰਨਾ ਆਪਣੇ ਆਪ ਨੂੰ ਕੌਣ ਬੁਰਾ ਕਹਿੰਦਾ? ਲੋਕਾਂ ਦੇ ਅੰਦਰ ਤਾਂ ਆਪਣੇ ਲਈ ਬਹੁਤ ਵੱਡੀ ਵਡਿਆਈ ਹੁੰਦੀ ਆ। ਇਸ ਦਾ ਮਤਲਬ ਕਿ ਇਹ ਆਦਮੀ ਬੁਰਾ ਨਹੀਂ। ਮੈਂ ਕਿਹਾ, ਇੰਨੇ ਸਾਰੇ ਚਿਹਰਿਆਂ ਤੋਂ ਕੀ ਮਤਲਬ? ਕੀ 1 ਤੋਂ ਜ਼ਿਆਦਾ ਪਤਨੀਆਂ ਤੁਹਾਡੀਆਂ? ਮੇਰੀ ਇਸ ਗੱਲ 'ਤੇ ਉਹ ਹੱਸਣ ਲੱਗ ਗਿਆ ਅਤੇ ਕਹਿਣ ਲੱਗਿਆ, ਨਹੀਂ ਨਹੀਂ, ਮੇਰੀ ਤਾਂ 1 ਹੀ ਪਤਨੀ ਆ, ਉਹ ਵੀ ਬਹੁਤ ਚੰਗੀ ਔਰਤ ਆ। ਵਿਚਾਰੀ ਰੱਬ ਨੇ ਉਸ ਨੂੰ ਔਲਾਦ ਨਹੀਂ ਦਿੱਤੀ। ਉਸ ਨੂੰ ਪਤਾ ਲੱਗੇਗਾ, ਉਸ ਨੂੰ ਵੀ ਬੁਰਾ ਨਹੀਂ ਲੱਗੇਗਾ, ਪਰ ਤੂੰ ਉਸ ਦੇ ਨਾਲ ਤਾਂ ਰਹਿਣਾ ਨਹੀਂ। ਮੈਂ ਤੈਨੂੰ ਅਲੱਗ ਘਰ 'ਚ ਰੱਖਾਂਗਾ, ਤੂੰ ਫਿਕਰ ਨਾ ਕਰ, ਸਭ ਕੁਝ ਠੀਕ ਹੋ ਜਾਵੇਗਾ। ਮੈਂ ਵਿਆਹ ਦੇ ਬਾਅਦ ਕੁਝ ਟਾਈਮ ਲਈ ਦੂਜੇ ਦੇਸ਼ ਜਾਣਾ। ਅਸੀਂ ਫੈਕਟਰੀ ਦੇ ਲਈ ਕੁਝ ਸਮਾਨ ਲਿਆਉਣਾ, ਇਸ ਲਈ 1-2 ਹਫ਼ਤੇ ਲੱਗ ਜਾਣਗੇ। ਮੈਨੂੰ ਯਾਦ ਕਰਕੇ ਪਰੇਸ਼ਾਨ ਤਾਂ ਨਹੀਂ ਹੋ ਜਾਵੇਂਗੀ? ਮੈਂ ਦਿਲ 'ਚ ਸੋਚਿਆ ਕਿ ਮੇਰੇ ਵੱਲੋਂ ਤਾਂ ਜਿੱਥੇ ਮਰਜ਼ੀ ਜਾ, ਮੈਨੂੰ ਕਿਉਂ ਫਰਕ ਪਵੇਗਾ? ਮੈਂ ਕਿਹਾ, ਨਹੀਂ ਨਹੀਂ, ਅਜਿਹੀ ਕੋਈ ਗੱਲ ਨਹੀਂ, ਕੰਮ ਤਾਂ ਕਰਨਾ ਹੀ ਪੈਂਦਾ। ਤੁਸੀਂ ਫਿਕਰ ਨਾ ਕਰੋ, ਤੁਸੀਂ ਆਰਾਮ ਨਾਲ ਆਪਣੇ ਕੰਮ ਕਰ ਲਓ, ਮੈਂ ਉਡੀਕ ਕਰਾਂਗੀ, ਮੈਨੂੰ ਕੋਈ ਦਿੱਕਤ ਨਹੀਂ ਹੋਵੇਗੀ। ਉਸ ਨੇ ਕਿਹਾ, ਇਹ ਸਭ ਤਾਂ ਠੀਕ ਆ, ਪਰ ਮੇਰੀ ਗੈਰ ਮੌਜੂਦਗੀ ਵਿੱਚ
ਫੈਕਟਰੀ ਦੇ ਸਾਰੇ ਮਾਮਲੇ ਤੈਨੂੰ ਦੇਖਣੇ ਪੈਣਗੇ। ਆਫਿਸ ਵਿੱਚ ਵੀ ਤੈਨੂੰ ਹੀ ਬੈਠਣਾ ਪਵੇਗਾ। ਸਾਰਿਆਂ ਨੂੰ ਕੰਮ 'ਤੇ ਵੀ ਤੂੰ ਹੀ ਲਾਉਣਾ। ਇਹ ਨਾ ਹੋਵੇ ਕਿ ਸਾਰੇ ਸਮਝਣ ਕਿ ਮਾਲਕ ਤਾਂ 2 ਹਫ਼ਤੇ ਲਈ ਚਲਾ ਗਿਆ ਤਾਂ ਕੰਮ ਕਰਨਾ ਛੱਡ ਦੇਗੇ। ਮੈਂ ਕਿਹਾ ਹੁਣ ਤਾਂ ਉਹ ਫੈਕਟਰੀ ਮੇਰੀ ਹੋ ਗਈ ਆ, ਮੈਂ ਕਿਉਂ ਨਹੀਂ ਬੈਠਾਂਗੀ ਆਫਿਸ ਵਿੱਚ। ਉਸਨੇ ਕਿਹਾ ਤੈਨੂੰ ਫੈਕਟਰੀ 'ਚ ਬੈਠਣਾ ਚੰਗਾ ਲੱਗਦਾ? ਮੈਂ ਕਿਹਾ ਹਾਂ, ਮੈਨੂੰ ਤਾਂ ਬਹੁਤ ਚੰਗਾ ਲੱਗਦਾ। ਫਿਰ ਉਸਨੇ ਕਿਹਾ ਠੀਕ ਆ, ਜੇ ਤੈਨੂੰ ਚੰਗਾ ਲੱਗਦਾ ਤਾਂ ਤੂੰ ਉਹੀ ਕਰ, ਤੈਨੂੰ ਕੋਈ ਨਹੀਂ ਰੋਕੇਗਾ, ਸਾਰੀ ਫੈਕਟਰੀ ਤੇਰੀ ਆ। ਉਸਨੇ ਫੈਕਟਰੀ ਮੇਰੇ ਨਾਮ ਕਰ ਦਿੱਤੀ, ਪੇਪਰ ਆਪਣੇ ਕੋਲ ਰੱਖ ਲਏ। ਉਸਨੇ ਇਹੀ ਕਿਹਾ ਸੀ ਕਿ ਆਪਣੀ ਮਾਂ ਨੂੰ ਦਿਖਾ ਦੇਵੀਂ ਅਤੇ ਉਸਨੇ ਵੀ ਰਿਸ਼ਤੇ ਲਈ ਹਾਂ ਕਰ ਦਿੱਤੀ। ਤਾਂ ਹੀ ਅਸੀਂ ਦੋਨੋਂ ਵਿਆਹ ਕਰਨ ਜਾ ਰਹੇ ਸੀ, ਪਰ ਮੇਰੀ ਮਾਂ ਬਿਮਾਰ ਆ, ਇਸ ਲਈ ਸਾਡੇ ਨਾਲ ਨਹੀਂ ਆ ਸਕਦੀ। ਪਰ ਇੱਥੇ ਵਿਆਹ ਕਰਵਾਉਣ ਤੋਂ ਬਾਅਦ ਅਸੀਂ ਮੇਰੀ ਮਾਂ ਕੋਲ ਜਾਣ ਵਾਲੇ ਸੀ, ਉਹਨਾਂ ਤੋਂ ਆਸ਼ੀਰਵਾਦ ਲੈਣਾ ਸੀ। ਮੈਂ ਸਾਰੀ ਕਹਾਣੀ ਬੜੇ ਤਰੀਕੇ ਨਾਲ ਬਣਾਈ ਸੀ, ਉਸ ਨੂੰ ਬੜੇ ਤਰੀਕੇ ਨਾਲ ਆਪਣੀਆਂ ਗੱਲਾਂ 'ਚ ਉਲਝਾਇਆ ਸੀ, ਆਪਣੀ ਮੁਸਕਰਾਹਟ 'ਤੇ ਨਚਾਇਆ ਸੀ, ਆਪਣੀ ਮਾਸੂਮੀਅਤ ਉਸ ਦੇ ਸਾਹਮਣੇ ਪੇਸ਼ ਕੀਤੀ ਸੀ। ਉਸ ਦੀਆਂ ਅੱਖਾਂ 'ਚ ਦੇਖਦੀ ਸੀ, ਕਦੇ ਉਸ ਦੇ ਬਾਲਾਂ 'ਚ ਹੱਥ ਫੇਰਦੀ, ਕਦੇ ਆਪਣੇ ਦੁਪੱਟੇ ਦੇ ਪੱਲੂ ਨਾਲ ਖੇਡਣ ਲੱਗਦੀ। ਮੈਨੂੰ ਤਾਂ ਪਤਾ ਹੀ ਨਹੀਂ ਸੀ ਕਿ ਔਰਤ ਦੀਆਂ ਇਹ ਅਦਾਵਾਂ ਵੀ ਕੰਮ ਆਉਂਦੀਆਂ, ਕਿਉਂਕਿ ਮੈਂ ਜੋ ਤੀਰ ਜਿਸ ਨਿਸ਼ਾਨੇ ਵਿੱਚ ਸੁੱਟ ਰਹੀ ਸੀ ਉਹ ਸਿੱਧਾ ਉੱਥੇ ਜਾ ਕੇ ਲੱਗ ਰਿਹਾ ਸੀ। ਮੈਂ ਦਿਲ ਵਿੱਚ ਆਪਣੀ ਅਕਲ 'ਤੇ ਖੁਸ਼ੀਆਂ ਮਨਾ ਰਹੀ ਸੀ ਅਤੇ ਸੋਚ ਰਹੀ ਸੀ ਕਿ ਮੈਂ ਆਪਣੀ ਇਹ ਅਕਲ ਪਹਿਲਾਂ ਕਿਉਂ ਨਹੀਂ ਵਰਤੀ, ਇੰਨੇ ਸਾਲ ਜਲੀਲ ਕਿਉਂ ਹੁੰਦੀ ਰਹੀ। ਖੈਰ ਅਸੀਂ ਪਹੁੰਚ ਗਏ, ਸਾਡਾ ਵਿਆਹ ਹੋ ਗਿਆ। ਹੁਣ ਵਾਪਸੀ 'ਤੇ ਅਸੀਂ ਸਾਡੇ ਘਰ ਆਏ। ਮੇਰੇ ਪਤੀ ਨੇ ਮੇਰੀ ਮਾਂ ਦੇ ਲਈ ਮਠਿਆਈ ਅਤੇ ਕੁਝ ਚੀਜ਼ਾਂ ਲੈ ਲਈਆਂ। ਮੇਰੀ ਮਾਂ ਨੇ ਮੇਰੇ ਪਤੀ ਨੂੰ ਦੇਖਿਆ ਤਾਂ ਉਸ ਤੋਂ ਰਿਹਾ ਨਾ ਗਿਆ। ਉਹਦੀਆਂ ਅੱਖਾਂ 'ਚ ਹੰਝੂ ਆ ਗਏ ਕਿ ਉਸ ਦੀ ਬੇਟੀ ਨੇ ਕਿਹੜਾ ਆਦਮੀ ਨਾਲ ਵਿਆਹ ਕਰਵਾ ਲਿਆ। ਮੇਰੇ ਪਤੀ ਨੇ ਕਿਹਾ ਤੇਰੀ ਮਾਂ ਰੋਣ ਕਿਉਂ ਲੱਗ ਗਈ? ਮੈਂ ਕਿਹਾ ਖੁਸ਼ੀ ਨਾਲ, ਖੁਸ਼ੀ ਦੇ ਹੰਝੂ ਆ, ਕਿਉਂਕਿ ਉਹ ਮੈਨੂੰ ਖੁਸ਼ ਦੇਖ ਰਹੀ ਆ। ਮੈਂ ਖੁਸ਼ ਨਹੀਂ ਹੁੰਦੀ ਸੀ, ਮੇਰੀ ਜ਼ਿੰਦਗੀ ਵਿੱਚ ਤਾਂ ਕੁਝ ਖੁਸ਼ ਹੋਣ ਵਾਲਾ ਹੈ ਹੀ ਨਹੀਂ ਸੀ, ਲੇਕਿਨ ਹੁਣ ਤੁਸੀਂ ਹੋ ਨਾ ਤਾਂ ਮੈਂ ਖੁਸ਼ ਹਾਂ। ਮੇਰੀਆਂ ਅੱਖਾਂ ਵਿੱਚ ਖੁਸ਼ੀ ਦੇਖ ਕੇ ਉਸ ਦੀਆਂ ਅੱਖਾਂ 'ਚ ਵੀ ਖੁਸ਼ੀ ਦੇ ਹੰਝੂ ਆ ਗਏ। ਮੈਂ ਮਾਂ ਨੂੰ ਇੱਕ ਸਾਈਡ 'ਤੇ ਲੈ ਗਈ ਅਤੇ ਕਿਹਾ ਕੀ ਹੋ ਗਿਆ ਤੁਹਾਨੂੰ? ਮੇਰੀ ਮਾਂ ਨੇ ਕਿਹਾ ਤੂੰ ਬਹੁਤ ਗਲਤ ਕੀਤਾ ਆਪਣੇ ਆਪ ਨਾਲ, ਤੈਨੂੰ ਦੌਲਤ ਨਾਲ ਖੁਸ਼ੀਆਂ ਨਹੀਂ ਮਿਲ ਜਾਣਗੀਆਂ। ਜਦੋਂ ਇਨਸਾਨ ਕੋਲ ਦੌਲਤ ਹੁੰਦੀ ਆ ਨਾ ਤਾਂ ਉਹ ਪਿਆਰ ਦੇ ਬਾਰੇ ਸੋਚਦਾ, ਫਿਰ ਉਸ ਨੂੰ ਪਿਆਰ ਨਹੀਂ ਮਿਲਦਾ। ਮੈਂ ਕਿਹਾ ਮਾਂ ਹੁਣ ਜੋ ਹੋਣਾ ਸੀ ਉਹ ਤਾਂ ਹੋ ਗਿਆ, ਹੁਣ ਤੁਸੀਂ ਮਿਹਰਬਾਨੀ ਕਰੋ, ਮੇਰੇ ਲਈ ਮੁਸ਼ਕਲਾਂ ਖੜੀਆਂ ਨਾ ਕਰੋ, ਬਸ ਜੋ ਹੋ ਗਿਆ ਸਭ ਕੁਝ ਠੀਕ ਹੋ ਜਾਵੇਗਾ। ਮੈਂ ਖੁਸ਼ ਹਾਂ, ਜਦੋਂ ਮੈਨੂੰ ਦੁਨੀਆ ਦੀ ਹਰ ਚੀਜ਼ ਮਿਲੇਗੀ, ਮੇਰਾ ਪੇਟ ਭਰਿਆ ਹੋਵੇਗਾ ਤਾਂ ਫਿਰ ਖੁਸ਼ ਮੈਂ ਆਪਣੇ ਆਪ ਹੋ ਜਾਵਾਂਗੀ। ਜਦੋਂ ਪੇਟ ਖਾਲੀ ਹੁੰਦਾ ਉਦੋਂ ਉਸ ਦਾ ਪਿਆਰ ਨਾਲ ਪੇਟ ਨਹੀਂ ਭਰਦਾ। ਤੁਸੀਂ ਮੇਰੇ ਲਈ ਬਸ ਦੁਆ ਕਰੋ। ਮੇਰੀ ਮਾਂ ਨੇ ਕਿਹਾ ਮੈਂ ਤਾਂ ਹਮੇਸ਼ਾ ਤੇਰੇ ਲਈ ਦੁਆ ਕਰਦੀ ਹਾਂ। ਫਿਰ ਅਸੀਂ ਉੱਥੋਂ ਵਾਪਸ ਆ ਗਏ। ਮੈਂ ਕਿਹਾ ਅੱਜ ਤਾਂ ਮੇਰੀ ਵਿਦਾਈ ਹੋਣ ਵਾਲੀ ਆ। ਮੇਰੇ ਪਤੀ ਨੇ ਕਿਹਾ ਨਹੀਂ, ਅਜੇ ਤੇਰੀ ਵਿਦਾਈ ਨਹੀਂ ਹੋਵੇਗੀ, ਤੂੰ ਇੱਕ ਕੰਮ ਕਰ, ਤੂੰ ਅਜੇ ਆਪਣੇ ਹੀ ਘਰ ਰਹਿ, ਜਦੋਂ ਮੈਂ ਵਿਦੇਸ਼ ਤੋਂ ਆਪਣਾ ਕੰਮ ਵਾਪਸ ਕਰਕੇ ਆ ਜਾਵਾਂਗਾ ਫਿਰ ਤੈਨੂੰ ਵਧੀਆ ਤਰੀਕੇ ਨਾਲ ਵਿਦਾ ਕਰਕੇ ਲੈ ਕੇ ਜਾਵਾਂਗਾ। ਦੇਖ ਜਲਦੀ ਵਿੱਚ ਸਭ ਕੁਝ ਹੋ ਗਿਆ। ਅਜੇ ਮੈਂ ਤੇਰੇ ਲਈ ਵਧੀਆ ਜਿਹਾ ਫਲੈਟ ਖਰੀਦਣਾ, ਉਸ ਨੂੰ ਸਜਾਉਣਾ, ਫਿਰ ਆਪਾਂ ਉੱਥੇ ਰਹਾਂਗੇ। ਹੁਣ ਇੱਥੋਂ ਤੈਨੂੰ ਮੈਂ ਕਿੱਥੇ ਲੈ ਕੇ ਜਾਵਾਂਗਾ? ਆਪਣੀ ਪਤਨੀ, ਪਹਿਲੀ ਪਤਨੀ ਦੇ ਘਰ ਤਾਂ ਨਹੀਂ ਲਿਜਾ ਸਕਦਾ। ਮੈਂ ਤੈਨੂੰ ਪਹਿਲਾਂ ਇਹ ਗੱਲ ਨਹੀਂ ਦੱਸੀ ਤਾਂ ਕਿ ਤੇਰਾ ਮੂਡ ਖਰਾਬ ਨਾ ਹੋ ਜਾਵੇ। ਮੈਂ ਕਿਹਾ ਕੋਈ ਗੱਲ ਨਹੀਂ, ਇਸ ਤਰ੍ਹਾਂ ਦੇ ਕੰਮਾਂ ਵਿੱਚ ਟਾਈਮ ਤਾਂ ਲੱਗਦਾ ਹੀ ਆ, ਤੁਸੀਂ ਆਰਾਮ ਨਾਲ ਆਪਣੇ ਕੰਮ ਖਤਮ ਕਰੋ, ਉਸ ਦੇ ਬਾਅਦ ਫਲੈਟ ਵਿੱਚ ਇਕੱਠੇ ਰਹਾਂਗੇ। ਉਸ ਨੇ ਕਿਹਾ ਹਾਂ ਬਿਲਕੁਲ ਅਜਿਹਾ ਹੀ ਕਰਾਂਗੇ। ਮੈਂ ਇਹ ਵੀ ਕਿਹਾ ਕਿ ਜਦੋਂ ਤੱਕ ਫਲੈਟ ਨਹੀਂ ਮਿਲ ਜਾਂਦਾ ਉਦੋਂ ਤੱਕ ਫੈਕਟਰੀ ਤਾਂ ਜਾ ਸਕਦੇ ਹਾਂ। ਉਸ ਨੇ ਕਿਹਾ ਹਾਂ ਬਿਲਕੁਲ, ਉਹ ਫੈਕਟਰੀ ਆਪਣੀ ਆ, ਵੈਸੇ ਵੀ ਰਾਤ ਨੂੰ ਉੱਥੇ ਕੋਈ ਕੰਮ ਨਹੀਂ ਹੁੰਦਾ, ਸਮਝੋ ਉਹ ਸਾਡਾ ਦੂਜਾ ਘਰ ਆ। ਮੈਂ ਕਿਹਾ ਕਿ ਗੱਲ ਤਾਂ ਠੀਕ ਆ। ਫਿਰ ਉਸਨੇ ਮੈਨੂੰ ਫੈਕਟਰੀ ਦੀ ਚਾਬੀ ਦੇ ਦਿੱਤੀ ਅਤੇ ਕਿਹਾ ਕਿ ਇਹ ਚਾਬੀ ਆਪਣੇ ਕੋਲ ਰੱਖ, ਹੁਣ ਸਭ ਕੁਝ ਜੋ ਕੁਝ ਵੀ ਮੇਰਾ ਉਹ ਸਭ ਕੁਝ ਤੇਰਾ। ਮੈਂ ਬਹੁਤ ਖੁਸ਼ ਹੋ ਗਈ। ਮੇਰਾ ਤਾਂ ਆਪਣੇ ਪਤੀ ਵੱਲ ਦੇਖਣ ਨੂੰ ਦਿਲ ਹੀ ਨਹੀਂ ਕਰਦਾ ਸੀ, ਉਸ ਦੀ ਸ਼ਕਲ ਹੀ ਅਜਿਹੀ ਸੀ, ਲੇਕਿਨ ਪਰ ਹੁਣ ਮੈਨੂੰ ਬਦਲੇ 'ਚ ਇੰਨਾ ਸਭ ਕੁਝ ਮਿਲ ਰਿਹਾ ਸੀ। ਮੇਰਾ ਸਾਰਾ ਧਿਆਨ ਇਹਨਾਂ ਚੀਜ਼ਾਂ ਵੱਲ ਜਾ ਰਿਹਾ ਸੀ। ਚਲੋ ਇੰਨਾ ਕੁਝ ਮਿਲ ਜਾ ਰਿਹਾ, ਬਸ ਇਹੀ ਸੋਚ ਕੇ ਮੈਂ ਖੁਸ਼ ਹੋ ਰਹੀ ਸੀ। ਉਹ ਮੈਨੂੰ ਮਿਲ ਕੇ ਚਲਾ ਗਿਆ। ਉਸ ਨੇ ਮੈਨੂੰ ਖਰਚੇ ਦੇ ਪੈਸੇ ਦੇ ਦਿੱਤੇ, ਫੈਕਟਰੀ ਦੇ ਲੋਕਰ ਦੀਆਂ ਚਾਬੀਆਂ ਦੇ ਦਿੱਤੀਆਂ। ਉਸ ਨੇ ਕਿਹਾ ਕੁਝ ਚਾਬੀਆਂ ਤਿਜੋਰੀ ਦੀਆਂ ਵੀ ਆ, ਉੱਥੇ ਤਿਜੋਰੀ ਦੀ ਕੋਈ ਜ਼ਰੂਰਤ ਨਹੀਂ ਪਵੇਗੀ, ਤਿਜੋਰੀ ਦਾ ਮੈਨੂੰ ਪਹਿਲਾਂ ਤੋਂ ਹੀ ਪਤਾ ਸੀ, ਉੱਥੇ ਮਾਲ ਰੱਖਿਆ ਜਾਂਦਾ। ਉਹ ਮੇਰੇ ਤੋਂ ਭਰੋਸਾ ਕਰਕੇ ਆਪਣਾ ਸਭ ਕੁਝ ਮੇਰੇ ਹੱਥ ਵਿੱਚ ਦੇ ਕੇ ਚਲਾ ਗਿਆ।
ਉਸਨੇ ਕਿਹਾ, ਇੱਥੋਂ ਹੀ ਮੈਂ ਏਅਰਪੋਰਟ ਜਾਣਾ, ਮੇਰੀ ਫਲਾਈਟ ਆ, ਮੈਂ ਪੂਰੇ 2 ਹਫ਼ਤਿਆਂ ਬਾਅਦ ਆ ਜਾਵਾਂਗਾ। ਮੈਂ ਕਿਹਾ ਠੀਕ ਆ, ਮੈਂ ਤੁਹਾਡੀ ਉਡੀਕ ਕਰਾਂਗੀ। ਮੇਰੀ ਮਾਂ ਨੇ ਮੈਨੂੰ ਬਾਅਦ 'ਚ ਲੈਕਚਰ ਦਿੱਤਾ, ਪਰ ਮੈਂ ਤਾਂ ਆਪਣੇ ਵਿਆਹ ਦੀ ਮਠਿਆਈ ਅਤੇ ਵਿਆਹ ਦਾ ਖਾਣਾ ਖਾਣ ਵਿੱਚ ਬਿਜ਼ੀ ਸੀ ਜੋ ਮੇਰੇ ਪਤੀ ਰਸਤੇ 'ਚ ਲੈ ਕੇ ਆਇਆ ਸੀ। ਮੈਂ ਅੱਜ ਤੱਕ ਇੰਨਾ ਚੰਗਾ ਖਾਣਾ ਨਹੀਂ ਖਾਧਾ ਸੀ। ਉਸਨੇ ਮੈਨੂੰ ਥੋੜ੍ਹੇ ਪੈਸੇ ਵੀ ਦਿੱਤੇ ਅਤੇ ਹੁਣ ਫੈਕਟਰੀ ਮੇਰੀ ਹੋ ਗਈ। ਕੱਲ੍ਹ ਮੈਂ ਆਫਿਸ ਵਿੱਚ ਬੈਠਣਾ ਸੀ, ਇਹ ਸੋਚ ਕੇ ਕਿ ਮੇਰੇ ਮਨ ਵਿੱਚ ਲੱਡੂ ਫੁੱਟ ਰਹੇ ਸੀ ਕਿ ਕੱਲ੍ਹ ਤੱਕ ਮੈਂ ਮਾਮੂਲੀ ਜੀ ਵਰਕਰ ਪੂਰਾ ਦਿਨ ਹੱਡ ਤੋੜ ਕੇ ਸਿਰਫ 400 ਰੁਪਈਆ ਕਮਾਉਂਦੀ ਸੀ, ਅੱਜ ਪੂਰੀ ਫੈਕਟਰੀ ਦੀ ਮਾਲਕਣ ਬਣ ਚੁੱਕੀ ਹਾਂ। ਇਸ ਤੋਂ ਜ਼ਿਆਦਾ ਆਪਣੀ ਅਕਲ ਦੀ ਵਰਤੋਂ ਕੌਣ ਕਰ ਸਕਦਾ? ਉਹ ਤਾਂ ਸਿਰਫ ਮੈਂ ਹੀ ਕੀਤੀ ਆ। ਮੈਂ ਬਹੁਤ ਸੋਹਣੀ ਵੀ ਸੀ ਅਤੇ ਮੇਰੇ ਦਿਮਾਗ 'ਚ ਅਕਲ ਵੀ ਬਹੁਤ ਜ਼ਿਆਦਾ ਸੀ। ਜਦੋਂ ਹੁਸਨ ਅਤੇ ਅਕਲ ਦੋਨੋਂ ਮਿਲ ਜਾਂਦੇ ਆ ਤਾਂ ਤਬਾਹੀ ਮਚਾਉਂਦੇ ਆ, ਅਤੇ ਮੈਂ ਉਹੀ ਤਬਾਹੀ ਮਚਾ ਦਿੱਤੀ ਸੀ। ਮੈਂ ਤਾਂ ਖੁਸ਼ੀ ਵਿੱਚ ਨਿਹਾਲ ਹੋ ਚੁੱਕੀ ਸੀ। ਬੈਠੇ ਬੈਠੇ ਹੱਸਣ ਲੱਗ ਗਈ, ਵਾਰ-ਵਾਰ ਪੈਸੇ ਗਿਣ ਰਹੀ ਸੀ। ਪੂਰੇ 7000 ਰੁਪਈਆ ਸੀ। ਸੁਬਾਹ ਦੀ ਉਡੀਕ ਸੀ ਅਤੇ ਕਦੋਂ ਮੈਂ ਵਧੀਆ ਜਿਹੇ ਕੱਪੜੇ ਪਾ ਕੇ ਆਫਿਸ ਵਿੱਚ ਬੈਠਾਂਗੀ। ਅਤੇ ਫਿਰ ਮੈਂ ਇਸੇ ਤਰ੍ਹਾਂ ਹੀ ਕੀਤਾ, ਖੂਬ ਤਿਆਰ ਹੋ ਕੇ ਆਫਿਸ ਗਈ। ਸਾਰੇ ਆਫਿਸ ਵਿੱਚ ਮੈਨੂੰ ਹੈਰਾਨੀ ਨਾਲ ਦੇਖ ਰਹੇ ਸੀ। ਕੁਝ ਮੇਰੀਆਂ ਸਹੇਲੀਆਂ ਵੀ ਸੀ ਜੋ ਮੈਨੂੰ ਅਜੀਬ ਨਜ਼ਰਾਂ ਨਾਲ ਦੇਖ ਰਹੀਆਂ ਸੀ ਕਿ ਇਹ ਕੁੜੀ ਕਿੱਥੋਂ ਤੋਂ ਕਿੱਥੇ ਪਹੁੰਚ ਗਈ। ਮੈਂ ਸਿੱਧਾ ਜਾ ਕੇ ਆਫਿਸ 'ਚ ਬੈਠ ਗਈ। ਮੈਂ ਆਪਣੇ ਲਈ ਕੌਫੀ ਅਤੇ ਬਿਸਕਿਟ ਵਗੈਰਾ ਆਰਡਰ ਕੀਤੇ। ਆਰਾਮ ਨਾਲ ਕੁਰਸੀ 'ਤੇ ਬੈਠ ਕੇ ਹੁਕਮ ਚਲਾਉਣ ਲੱਗੀ। ਸਭ ਨੂੰ ਦੇਖਣ ਲੱਗੀ ਕਿ ਉਹ ਕੰਮ ਕਰ ਰਹੇ ਆ ਜਾਂ ਨਹੀਂ। ਮੈਨੂੰ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋ ਰਹੀ ਸੀ। ਮੈਂ ਦਿਲ ਵਿੱਚ ਸੋਚ ਰਹੀ ਸੀ ਕਿ ਇਸ ਖੁਸ਼ੀ ਦੇ ਬਦਲੇ ਉਸ ਬੁੱਢੇ ਆਦਮੀ ਨਾਲ ਵਿਆਹ ਕਰਵਾਉਣ ਵਾਲਾ ਸੌਦਾ ਬਿਲਕੁਲ ਠੀਕ ਆ। ਮੈਂ ਤਾਂ ਪੂਰੀ ਤਰ੍ਹਾਂ ਖੁਸ਼ ਹਾਂ। ਮੈਨੂੰ ਕੋਈ ਪਛਤਾਵਾ ਨਹੀਂ, ਮੇਰੇ ਦਿਲ ਵਿੱਚ ਕੋਈ ਸ਼ਿਕਾਇਤ ਵੀ ਨਹੀਂ ਸੀ। ਮੈਂ ਆਪਣੇ ਪਤੀ ਨੂੰ ਫੋਨ ਕੀਤਾ ਕਿਉਂਕਿ ਮੈਨੂੰ ਕਿਸੇ ਗੱਲ ਦੀ ਸਮਝ ਨਹੀਂ ਆ ਰਹੀ ਸੀ, ਪਰ ਉਸ ਦਾ ਫੋਨ ਬੰਦ ਸੀ। ਉਸਨੇ ਕਿਹਾ ਕਿ ਸਵੇਰ ਤੱਕ ਮੇਰਾ ਫੋਨ ਔਨ ਹੋ ਜਾਵੇਗਾ, ਪਰ ਅਜੇ ਤੱਕ ਨਹੀਂ ਹੋਇਆ ਸੀ। ਮੈਂ ਕਿਹਾ ਚਲੋ ਬਾਅਦ 'ਚ ਦੇਖ ਲਵਾਂਗੀ। ਥੋੜ੍ਹੀ ਦੇਰ ਬਾਅਦ ਮੈਨੂੰ ਚਪੜਾਸੀ ਨੇ ਆ ਕੇ ਦੱਸਿਆ ਕਿ ਪੁਲਿਸ ਆਈ ਆ। ਮੈਂ ਹੈਰਾਨ ਰਹਿ ਗਈ। ਮੈਂ ਕਿਹਾ ਪੁਲਿਸ ਦਾ ਇੱਥੇ ਕੀ ਕੰਮ? ਪੁਲਿਸ ਇਸ ਤਰ੍ਹਾਂ ਅੰਦਰ ਦਾਖਲ ਹੋਈ ਜਿਵੇਂ ਸਭ ਨੂੰ ਅਰੈਸਟ ਕਰਕੇ ਲਿਜਾਣਾ ਹੋਵੇ। ਪੁਲਿਸ ਵਾਲੇ ਕਹਿਣ ਲੱਗੇ ਕਿ ਇਸ ਫੈਕਟਰੀ ਦਾ ਮਾਲਕ ਕੌਣ ਆ? ਅਸੀਂ ਮਾਲਕ ਨਾਲ ਗੱਲ ਕਰਨੀ ਆ, ਮਾਲਕ ਨੂੰ ਬੁਲਾਓ। ਮੈਂ ਕਿਹਾ ਮੈਂ ਮਾਲਕ ਹਾਂ, ਦੱਸੋ ਕੀ ਗੱਲ ਆ, ਕੀ ਹੋ ਗਿਆ? ਤੁਹਾਡੇ ਕੋਲ ਕੋਈ ਵਾਰੰਟ ਆ? ਉਹਨਾਂ ਨੇ ਕਿਹਾ ਕਿ ਹਾਂ ਸਾਡੇ ਕੋਲ ਵਾਰੰਟ ਆ, ਅਸੀਂ ਤੁਹਾਡੀ ਪੂਰੀ ਫੈਕਟਰੀ ਦੀ ਤਲਾਸ਼ੀ ਲੈਣੀ ਆ, ਸਾਨੂੰ ਪਿੱਛੋਂ ਆਰਡਰ ਆਇਆ। ਇਹ ਕੋਈ ਛੋਟੀ ਗੱਲ ਨਹੀਂ ਸੀ, ਬਹੁਤ ਵੱਡਾ ਕੇਸ ਆ। ਮੈਨੂੰ ਉਹਨਾਂ ਦੀ ਗੱਲ ਸਮਝ ਨਾ ਆ ਰਹੀ ਸੀ। ਮੈਂ ਕਿਹਾ ਤੁਸੀਂ ਤਲਾਸ਼ੀ ਲੈ ਸਕਦੇ ਹੋ ਜੇ ਤੁਹਾਡੇ ਕੋਲ ਵਾਰੰਟ ਆ, ਮੈਂ ਤੁਹਾਨੂੰ ਨਹੀਂ ਰੋਕ ਸਕਦੀ। ਮੈਂ ਬਹੁਤ ਮਜ਼ਬੂਤ ਤਰੀਕੇ ਨਾਲ ਪੇਸ਼ ਆਉਣ ਦੀ ਕੋਸ਼ਿਸ਼ ਕਰ ਰਹੀ ਸੀ, ਜਦ ਕਿ ਮੈਨੂੰ ਬਹੁਤ ਡਰ ਵੀ ਲੱਗ ਰਿਹਾ ਸੀ। ਪੁਲਿਸ ਦਾ ਇੱਥੇ ਕੀ ਕੰਮ? ਅੱਜ ਹੀ ਮੇਰਾ ਪਤੀ ਇੱਥੇ ਨਹੀਂ ਸੀ ਅਤੇ ਅੱਜ ਹੀ ਇਹ ਪ੍ਰੋਬਲਮ ਹੋ ਗਈ। ਸਾਰੇ ਵਰਕਰ ਨੂੰ ਉਹਨਾਂ ਨੇ ਇੱਕ ਸਾਈਡ 'ਤੇ ਖੜ੍ਹਾ ਕਰ ਦਿੱਤਾ ਅਤੇ ਪੂਰੀ ਫੈਕਟਰੀ ਦੀ ਤਲਾਸ਼ੀ ਲੈਣ ਲੱਗ ਗਏ। ਉਹਨਾਂ ਨੇ ਕਿਹਾ ਕਿ ਤਿਜੋਰੀ ਨੂੰ ਖੋਲ੍ਹ ਦਿਓ। ਤਿਜੋਰੀ ਦੀ ਚਾਬੀ ਕਿਸ ਕੋਲ ਆ? ਮੈਂ ਕਿਹਾ ਚਾਬੀ ਮੇਰੇ ਕੋਲ ਆ। ਉਹਨਾਂ ਨੂੰ ਤਿਜੋਰੀ ਖੋਲ੍ਹ ਦਿੱਤੀ। ਪੁਲਿਸ ਵਾਲੇ ਸਾਰੇ ਹੇਠਾਂ ਫਿਰਦੇ ਸੀ। ਉਹਨਾਂ 'ਚੋਂ ਇੱਕ ਆਦਮੀ ਉੱਪਰ ਆਇਆ ਅਤੇ ਉਸਨੇ ਕਿਹਾ ਤੁਹਾਨੂੰ ਸਰ ਬੁਲਾ ਰਹੇ ਆ। ਜਦੋਂ ਮੈਂ ਹੇਠਾਂ ਗਈ ਤਾਂ ਮੇਰੇ ਕਦਮਾਂ ਹੇਠੋਂ ਜ਼ਮੀਨ ਨਿਕਲ ਗਈ। ਉਹਨਾਂ ਨੇ ਕਿਹਾ ਇਹ ਹੈ ਤੁਹਾਡੀ ਫੈਕਟਰੀ ਦੀ ਸੱਚਾਈ? ਤੁਸੀਂ ਇਹ ਕੰਮ ਕਰਦੇ ਹੋ ਇੱਥੇ? ਮੈਂ ਹੈਰਾਨ ਰਹਿ ਗਈ ਕਿਉਂਕਿ ਇਸ ਫੈਕਟਰੀ ਦੀ ਤਿਜੋਰੀ ਵਿੱਚ ਅਜੀਬ ਜਿਹੇ ਹਰੇ ਰੰਗ ਦੀ ਚੀਜ਼ ਉੱਡ ਰਹੀ ਸੀ, ਜਿਸ ਦੇ ਉੱਪਰ ਗੋਲ-ਗੋਲ ਪੌਦੇ ਰੱਖੇ ਹੋਏ ਸੀ। ਉਸਨੇ ਕਿਹਾ ਕਿ ਇਹ ਕੁਝ ਹੋਰ ਨਹੀਂ ਬਲਕਿ ਇੱਕ ਨਸ਼ੇ ਵਾਲੀ ਚੀਜ਼ ਆ, ਜਿਸ ਤੋਂ ਨਸ਼ਾ ਅਤੇ ਦਵਾਈਆਂ ਬਣਾਈਆਂ ਜਾਂਦੀਆਂ, ਜੋ ਇਨਸਾਨ ਲਈ ਬਹੁਤ ਬੁਰੀ ਹੁੰਦੀ ਆ। ਇਹ ਕਿਸੇ ਨੂੰ ਵੀ ਇਸਤੇਮਾਲ ਨਹੀਂ ਕਰਨੀ ਚਾਹੀਦੀ। ਤੁਸੀਂ ਆਪਣੀ ਫੈਕਟਰੀ ਨੂੰ ਇਸ ਵਿੱਚ ਉਗਾ ਰਹੇ ਹੋ, ਤੁਹਾਨੂੰ ਇਹ ਪਤਾ ਨਹੀਂ ਇਸ ਦੀ ਕਟਾਈ 'ਤੇ ਕਿੰਨੀ ਪਾਬੰਦੀ ਆ। ਮੈਂ ਕਿਹਾ ਮੈਨੂੰ ਇਸ ਬਾਰੇ ਕੁਝ ਨਹੀਂ ਪਤਾ, ਮੈਂ ਤਾਂ ਅੱਜ ਹੀ ਇੱਥੇ ਆ ਕੇ ਬੈਠੀ ਹਾਂ। ਇਹ ਸਭ ਕੁਝ ਮੇਰੇ ਪਤੀ ਦਾ। ਉਹਨਾਂ ਨੇ ਕਿਹਾ ਪਰ ਫੈਕਟਰੀ ਤਾਂ ਤੁਹਾਡੇ ਨਾਮ 'ਤੇ ਆ, ਹੁਣ ਸਜ਼ਾ ਵੀ ਤੁਹਾਨੂੰ ਮਿਲੇਗੀ। ਮੈਂ ਉਹਨਾਂ ਨੂੰ ਸਭ ਕੁਝ ਦੱਸਣ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਉਹ ਕੁਝ ਵੀ ਸਮਝਣ ਨੂੰ ਤਿਆਰ ਨਹੀਂ ਸੀ। ਉਹਨਾਂ ਨੂੰ ਤਾਂ ਮੁਜਰਮ ਚਾਹੀਦਾ ਸੀ, ਉਹ ਮਾਲਕ ਜਿਸ ਨੇ ਇਹ ਸਭ ਕੁਝ ਕੀਤਾ ਸੀ। ਉਸ ਵਕਤ ਫੈਕਟਰੀ ਦੇ ਮਾਲਕ ਮੈਂ ਹੀ ਸੀ। ਉਹ ਮੈਨੂੰ ਫੈਕਟਰੀ 'ਚ ਅਰੈਸਟ ਕਰਕੇ ਲੈ ਗਏ। ਪੂਰੇ 2 ਹਫ਼ਤੇ ਮੈਂ ਜੇਲ੍ਹ 'ਚ ਰਹੀ। ਮੇਰੀ ਮਾਂ ਕੁਝ ਨਹੀਂ ਕਰ ਸਕੀ। ਮੇਰਾ ਪਤੀ ਤਾਂ ਇੱਥੇ ਹੈ ਹੀ ਨਹੀਂ ਸੀ। ਉਹ 2 ਨਹੀਂ ਬਲਕਿ 4 ਹਫ਼ਤੇ ਬਾਅਦ ਵਾਪਸ ਆਇਆ ਤਾਂ ਉਸ ਨੂੰ ਸਭ ਕੁਝ ਪਤਾ ਲੱਗਿਆ। ਉਸ ਨੇ ਬੜੀ ਮੁਸ਼ਕਲ ਨਾਲ ਮੈਨੂੰ ਜੇਲ੍ਹ 'ਚੋਂ ਕੱਢਿਆ। ਮੈਨੂੰ ਜੇਲ੍ਹ 'ਚ ਪੂਰੇ 6 ਮਹੀਨੇ ਲੱਗ ਗਏ। ਮੈਂ ਉਸ ਨੂੰ ਕਿਹਾ ਮੇਰੀ ਜ਼ਿੰਦਗੀ ਦੇ ਇਹ 6 ਮਹੀਨੇ ਸਭ ਦੇ ਬੁਰੇ ਸੀ। ਮੈਨੂੰ ਆਪਣੇ ਆਪ ਤੋਂ ਨਫ਼ਰਤ ਹੋ ਰਹੀ ਸੀ। ਇਹ ਸਭ ਕੁਝ ਮੈਨੂੰ ਸਜ਼ਾ ਦੇ ਤੌਰ 'ਤੇ ਮਿਲਿਆ।
ਤੂੰ ਮੇਰੇ ਨਾਲ ਅਜਿਹਾ ਕਿਉਂ ਕੀਤਾ? ਤੁਸੀਂ ਮੈਨੂੰ ਦੱਸ ਵੀ ਤਾਂ ਸਕਦੇ ਸੀ। ਉਸਨੇ ਕਿਹਾ, ਤੈਨੂੰ ਕੀ ਲੱਗਦਾ ਕਿ ਬਿਸਕੁਟ ਦੀ ਫੈਕਟਰੀ ਵਿੱਚ ਕਿੰਨੀ ਕੁ ਕਮਾਈ ਹੁੰਦੀ ਆ? ਜੇ ਮੈਂ ਇਹ ਕੰਮ ਨਾ ਕਰਦਾ ਤਾਂ ਇਹ ਸਭ ਕੁਝ ਕਿਵੇਂ ਬਣਦਾ? ਮੈਂ ਉਸ ਨੂੰ ਕਿਹਾ ਕਿ ਤੁਸੀਂ ਮੈਨੂੰ ਛੱਡ ਦਿਓ, ਮਿਹਰਬਾਨੀ ਕਰੋ। ਪਰ ਉਸਨੇ ਅਜਿਹਾ ਨਹੀਂ ਕੀਤਾ। ਅੱਜ ਮੈਂ ਉਸ ਦੀ ਪਤਨੀ ਆ, ਉਸ ਦੇ ਨਾਲ ਹੀ ਰਹਿੰਦੀ ਆ। ਉਹ ਮੇਰਾ ਬਿਲਕੁਲ ਵੀ ਖਿਆਲ ਨਹੀਂ ਰੱਖਦਾ, ਸਿਰਫ ਆਪਣੀ ਜ਼ਿੰਮੇਵਾਰੀ ਪੂਰੀ ਕਰਦਾ ਅਤੇ ਮੈਂ ਉਸ ਨਾਲ ਰਹਿ ਕੇ ਬਿਲਕੁਲ ਵੀ ਖੁਸ਼ ਨਹੀਂ। ਮੈਂ ਇਸ ਰਿਸ਼ਤੇ ਵਿੱਚੋਂ ਬਾਹਰ ਨਿਕਲਣਾ ਚਾਹੁੰਦੀ ਹਾਂ, ਪਰ ਹੁਣ ਮੈਂ ਨਹੀਂ ਨਿਕਲ ਸਕਦੀ। ਮੇਰੀ ਮਾਂ ਨੇ ਸਹੀ ਕਿਹਾ ਸੀ ਕਿ ਬੁਰੀ ਨੀਤ ਦਾ ਅੰਜਾਮ ਬੁਰਾ ਹੀ ਹੁੰਦਾ। ਮੈਂ ਜੋ ਕੁਝ ਵੀ ਕੀਤਾ ਸੀ ਬਹੁਤ ਗਲਤ ਕੀਤਾ। ਮੇਰੇ ਨਾਲ ਗਲਤ ਹੀ ਹੋ ਰਿਹਾ ਸੀ। ਮੈਨੂੰ ਨਹੀਂ ਲੱਗਦਾ ਸੀ ਕਿ ਮੈਂ ਇਸ ਰਿਸ਼ਤੇ ਵਿੱਚੋਂ ਕਦੇ ਬਾਹਰ ਨਿਕਲ ਸਕਾਂਗੀ। ਪਰ ਜੇ ਮੈਂ ਇਸ ਰਿਸ਼ਤੇ ਤੋਂ ਬਾਹਰ ਨਿਕਲ ਵੀ ਗਈ ਤਾਂ ਕੀ ਕਰਾਂਗੀ? ਬਸ ਜਿਵੇਂ ਚੱਲ ਰਿਹਾ ਉਵੇਂ ਹੀ ਚੱਲੇਗਾ। ਉਸਨੇ ਮੇਰੇ ਲਈ ਕੋਈ ਫਲੈਟ ਨਹੀਂ ਲਿਆ, ਇੱਕ ਛੋਟਾ ਜਿਹਾ ਘਰ ਲਿਆ ਜਿੱਥੇ ਮੈਂ ਅਤੇ ਮੇਰੀ ਮਾਂ ਰਹਿੰਦੀਆਂ। ਉਹ ਸਾਨੂੰ ਮਹੀਨੇ ਦੇ ਪੈਸੇ ਵੀ ਉਨੇ ਹੀ ਦਿੰਦਾ, ਸਿਰਫ ਜਿਸ ਨਾਲ ਖਾਣਾ ਪੀਣਾ ਹੋ ਸਕੇ। ਅਤੇ ਜੇ ਅਸੀਂ ਕੋਈ ਹੋਰ ਚੀਜ਼ ਲੈਣੀ ਹੁੰਦੀ ਆ ਤਾਂ ਸਾਨੂੰ ਹੋਰ ਮਿਹਨਤ ਕਰਨੀ ਪੈਂਦੀ, ਕਿਉਂਕਿ ਪਰਸਨ ਨੂੰ ਵੀ ਪਤਾ ਲੱਗ ਗਿਆ ਸੀ ਕਿ ਮੈਂ ਲਾਲਚ ਵਿੱਚ ਆ ਕੇ ਉਸ ਨਾਲ ਵਿਆਹ ਕਰਵਾਇਆ ਸੀ। ਮੇਰੀ ਜ਼ਿੰਦਗੀ ਬਹੁਤ ਅਜੀਬ ਹੋ ਗਈ ਸੀ। ਮੈਨੂੰ ਮੇਰੀ ਜ਼ਿੰਦਗੀ ਸਜ਼ਾ ਲੱਗਦੀ ਆ। ਹੁਣ ਤੁਸੀਂ ਹੀ ਦੱਸੋ ਕਿ ਇਹ ਮੈਨੂੰ ਮੇਰੇ ਲਾਲਚ ਦੀ ਸਜ਼ਾ ਮਿਲੀ ਆ। ਪਰ ਗਰੀਬ ਆਦਮੀ ਲਾਲਚ ਨਹੀਂ ਕਰੇਗਾ ਤਾਂ ਕੌਣ ਕਰੇਗਾ? ਮੈਂ ਹੋਰ ਕੀ ਕਰਦੀ? ਮੇਰੇ ਕੋਲ ਕੋਈ ਰਸਤਾ ਨਹੀਂ ਸੀ। ਮੈਂ ਜੋ ਕੁਝ ਵੀ ਕੀਤਾ ਸੋਚ ਸਮਝ ਕੇ ਕੀਤਾ ਸੀ। ਮੈਨੂੰ ਨਹੀਂ ਪਤਾ ਸੀ ਕਿ ਮੇਰੇ ਨਾਲ ਇਹ ਸਭ ਕੁਝ ਹੋ ਜਾਵੇਗਾ। ਸੋ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਕਿਵੇਂ ਦੀ ਲੱਗੀ ਲਾਈਕ ਸ਼ੇਅਰ ਕਰਕੇ ਜ਼ਰੂਰ ਜਾਇਓ। ਜੇ ਚੈਨਲ ਦੀ ਕਹਾਣੀ ਨੂੰ ਪਹਿਲੀ ਵਾਰ ਸੁਣ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ। ਮਿਲਦੇ ਹਾਂ ਕਿਸੇ ਨਵੀਂ ਕਹਾਣੀ ਦੇ ਨਾਲ। ਤਦ ਤੱਕ ਸਤਿ ਸ਼੍ਰੀ ਅਕਾਲ।